हाँ जी, बीते दिनी ਨੂਰ ਮਹਿਲ शहर ਦੇ ਵਿੱਚ ਇੱਕ ਮਸਲਾ ਜਿਹੜਾ ਸੀਗਾ, ਇੱਕ ਮੰਦਿਰ ਦੇ ਵਿੱਚ ਇੱਕ ਬਿਜਲੀ ਚੋਰੀ ਦਾ ਜਿਹੜਾ ਮਸਲਾ ਸੀ ਕਾਫੀ ਦਿਨਾਂ ਤੋਂ ਭਖਿਆ ਹੋਇਆ ਆ। ਤੇ ਉਸ ਮਸਲੇ ਦੇ ਸਬੰਧ ਦੇ ਵਿੱਚ ਅੱਜ ਜਿਹੜੇ ਪਰਸ਼ੂਰਾਮ ਮੰਦਿਰ ਦੀ ਜਿਹੜੀ ਕਮੇਟੀ ਮੈਂਬਰਸ ਨੇ ਉਹ ਅੱਜ ਸਾਡੇ ਨਾਲ ਮੌਜੂਦ ਨੇ। ਉਹਨਾਂ ਨਾਲ ਗੱਲਬਾਤ ਕਰਦੇ ਆ ਤੇ ਉਹਨਾਂ ਨੂੰ ਪੂਰਾ ਮਸਲਾ ਸਮਝਦੇ ਆ ਵੀ ਅਸਲ ਦੇ ਵਿੱਚ ਇਹ ਮਸਲਾ ਹੈ ਕੀ ਸੀ, ਆਖਿਰਕਾਰ ਕੀ ਨੌਬਤ ਕੀ ਆ ਗਈ ਵੀ ਜਿਹੜੀ ਕੁੰਡੀ ਲਾਉਣ ਦਾ ਜਿਹੜਾ ਇੱਕ ਬਿਜਲੀ ਚੋਰੀ ਕਰਦਾ ਕੀ ਸਬੰਧ ਕੀ ਵਿਸ਼ਾ ਕੀ ਬਣ ਗਿਆ। ਸਤਿ ਸ਼੍ਰੀ ਅਕਾਲ ਸਰ। ਸਤਿ ਸ਼੍ਰੀ ਅਕਾਲ ਰੰਧਾਵਾ ਜੀ, ਜੈ ਸ਼੍ਰੀ ਰਾਮ। ਹਾਂਜੀ ਸਰ, ਗੱਲ ਕੀ ਵਿਸ਼ਾ ਕੀ ਹੈ ਅਸਲ 'ਚ ਹੈ ਕੀ ਸੀ ਕਿ ਵੀ ਉੱਥੇ ਤੁਹਾਨੂੰ ਕੀ ਨੌਬਤ ਕੀ ਆ ਗਈ ਵੀ ਸ਼ਹਿਰ ਦੇ ਵਿੱਚ ਆਪਾਂ ਨੂੰ ਮੰਦਿਰ ਦੇ ਵਿੱਚ ਕੁੰਡੀ ਲਾਉਣ ਦੀ ਲੋੜ ਪੈ ਗਈ। ਦੇਖੋ ਜੀ, ਮੰਦਰ ਨੂੰ ਤਾਂ ਬਲੇਮ ਲਾਤਾ ਜੀ। ਕਿਆ ਇਹ 'ਚ ਮੈਂ ਤੁਹਾਨੂੰ ਪਹਿਲਾਂ ਮੈਂ ਹੀ ਤੁਹਾਨੂੰ ਥੋੜਾ ਮਾਈਂਡ ਨਾ ਕਰਿਓ ਸਵਾਲ ਪੁੱਛਦਾ। ਇੱਕ ਜਿਹੜਾ ਪੱਤਰਕਾਰੀ ਜਾਂ ਆਪਣਾ ਪ੍ਰੈਸ ਰਿਪੋਰਟਰ ਦਾ ਇੱਕ ਦੂਜਾ ਥੰਮ ਆ ਜਿਹੜਾ ਲੋਕਾਂ ਦਾ ਆਵਾਜ਼ ਲੋਕਾਂ ਤੱਕ ਪਹੁੰਚਾਉਣ ਦੀ ਇਨਸਾਨੀਅਤ ਨਾਤੇ। ਚਲੋ ਠੀਕ ਆ, ਜੇ ਤੁਹਾਡੀ ਕੋਈ ਰਾਈਟ ਬਣਦਾ ਤੁਸੀਂ ਆ ਕੇ ਘੱਟੋ ਘੱਟ ਮੰਦਰਾਂ 'ਤੇ ਅਟੈਕ ਨਾ ਕਰੋ। ਜੇ ਤੁਹਾਡੀ ਕੋਈ ਜਾਤੀ ਦੁਸ਼ਮਣੀ ਆਇਆ, ਮੇਰੇ ਨਾਲ ਆਇਆ, ਇਹਨਾਂ ਦਾ ਸਾਡੇ ਬਿਜ਼ਨਸ ਚੱਲਦੇ ਆ, ਸਾਡੇ ਕੋਈ ਪੋਲੀਟੀਕਲ ਪਾਰਟੀਆਂ ਉੱਤੇ ਸਾਨੂੰ ਅਟੈਕ ਕਰੋ। ਤੁਸੀਂ ਇੱਕ ਧਾਰਮਿਕ ਮੰਦਰ 'ਤੇ ਆ ਕੇ ਤੁਸੀਂ ਗਲਤ ਸਾਡਾ ਕੋਈ ਅੱਛਾ ਦੇਖੋ ਰੰਧਾਵਾ ਸਾਡਾ ਪੱਖ ਦੱਸੇ ਲਿਆ ਹੀ ਨਹੀਂ, ਇੱਕ ਤਰਫਾ ਹੀ ਇੱਕੋ ਪ੍ਰੈਸ ਰਿਪੋਰਟਰ ਉਹ ਬਣਿਆ ਫਿਰਦਾ ਕੋਈ ਹੈਗਾ, ਕੋਈ ਰਾਜ ਬਹਾਦਰ ਆ, ਉਹਦਾ ਕੋਈ ਸਾਡੀ ਬ੍ਰਾਹਮਣ ਸਭਾ ਬਹੁਤ ਦੇਰ ਤੋਂ ਚੱਲ ਰਹੀ ਹੈ ਜੀ। ਉਹਨੇ ਨਾ ਹਮੇਸ਼ਾ ਬ੍ਰਾਹਮਣ ਸਭਾ ਦਾ ਵਿਰੋਧ ਕੀਤਾ। ਉਹਨੂੰ ਸਾਡੀ ਬ੍ਰਾਹਮਣ ਸਭਾ ਦੇ ਕਮੇਟੀ ਨੇ ਉਹਨੂੰ ਬਰਖਾਸਤ ਕੀਤਾ ਹੋਇਆ। ਉਸ ਤੋਂ ਬਾਅਦ ਉਹ ਚੀਜ਼ ਉਹਨੂੰ ਪਚ ਨਹੀਂ ਰਹੀ। ਉਸ ਤੋਂ ਬਾਅਦ ਉਹਨੂੰ ਪਚ ਨਹੀਂ ਮੈਂ ਮੰਦਰ ਮੈਨੂੰ ਕਿਉਂ ਐਂਟਰੀ ਨਹੀਂ ਦੇ ਰਹੇ, ਮੰਦਰ 'ਚ ਪਚ ਨਹੀਂ ਰਹੇ। ਰਾਜ ਬਹਾਦਰ ਦੀ ਗੱਲ ਕਰ ਰਿਹਾ ਮੈਂ। ਅੱਛਾ, ਗੱਲ ਚੱਲਦੀ ਗਈ ਚਲੋ ਸ਼ਹਿਰ ਦੇ ਵਿੱਚ ਸਾਰਾ ਮਾਹੌਲ ਬ੍ਰਾਹਮਣ ਭਾਈਚਾਰਾ ਆਉਂਦਾ ਜਾਂਦਾ। ਪਰਸ਼ੂਰਾਮ ਜਯੰਤੀ ਸੀ, ਕੋਵਿਡ ਦੇ ਨਿਯਮਾਂ ਦੇ ਹਿਸਾਬ ਨਾਲ ਉਹ ਮਨਾ ਲਈ। ਅੱਛਾ, ਰਹਿ ਗਈ ਗੱਲ ਚੋਰੀ ਦੀ ਗੱਲ ਆ। ਇਹ ਬੰਦੇ ਨੂੰ ਇਹਨੇ ਇਹਦਾ ਕਮੀਨਾਪਨ ਦਿਖਾ ਲਿਆ। ਇਹਨੇ ਇਹ ਨਹੀਂ ਸ਼ਾਬਾਸ਼ ਨਹੀਂ ਦਿੱਤੀ ਆ ਕੇ, ਕਿਉਂਕਿ ਇੱਥੇ ਸਾਡੇ NGO ਚੱਲ ਰਹੀਆਂ ਇਸ ਸਭਾ ਦੇ ਵਿੱਚ, ਇਸ ਮੰਦਰ ਦੇ ਵਿੱਚ ਬਜਰੰਗ ਦਲ ਵੱਲੋਂ ਆ, ਬ੍ਰਾਹਮਣ ਸਭਾ ਵੱਲੋਂ ਆ। ਤੁਸੀਂ ਦੇਖਿਆ ਨਾ ਪਿਛਲੇ ਕੋਵਿਡ ਦੇ ਟਾਈਮ ਦੇ ਵਿੱਚ ਹਜ਼ਾਰ ਬੰਦੇ ਦਾ ਫਰੰਟ ਲਾਈਨ ਲੋਕਾਂ ਦਾ, ਪੁਲਿਸ ਵਾਲਿਆਂ ਦਾ, ਡਾਕਟਰਾਂ ਦਾ, ਸਾਰਿਆਂ ਦਾ ਲੰਗਰ ਪਾਣੀ ਬਣਦਾ ਰਿਹਾ। ਇਹਨੇ ਇਹ ਕਿਹਾ ਵੀ ਮੇਰੇ ਤਾਂ ਇਹ 'ਚ ਕੋਈ ਨੰਬਰਬਾਜ਼ੀ ਬਣ ਨਹੀਂ ਰਹੀ। ਇੱਕ ਇਹਨਾਂ ਨੇ ਹੋਰ ਦੋਸਤ ਬਣਾ ਲਿਆ, ਕਿਉਂਕਿ ਇਹਨੂੰ ਹੈ ਨਾ ਦੋਸਤ ਇੱਕ ਪਾਰਟੀ ਛੱਡ ਕੇ ਦੂਜੀ ਪਾਰਟੀ ਜਾਣ ਦਾ ਬਹੁਤ ਸਵਾਦ ਲੈਂਦਾ ਹੈ। ਇਹ ਕਈ ਵਾਰੀ ਕਹਿੰਦਾ ਮੈਂ ਭਾਰਤੀ ਜਨਤਾ ਪਾਰਟੀ ਦਾ ਮੈਂਬਰ ਹਾਂ, ਕਈ ਵੇ ਆ ਗਿਆ ਦੈਨਿਕ ਸਵੇਰਾ ਮੈਂ ਪ੍ਰੈਸ ਰਿਪੋਰਟਰ, ਉਹਦੀ ਆੜ ਬਹੁਤ ਲੈਂਦਾ ਇਹ, ਉਹ ਬਹੁਤ ਆੜ ਲੱਗੇ। ਇੱਕ ਇਹਨੇ ਹੁਣ ਨਵਾਂ ਕੰਮ ਸ਼ੁਰੂ ਕੀਤਾ, ਇੱਕ ਸਾਡੇ K9 ਚੈਨਲ ਦੇਖਿਆ ਹੋਣਾ ਜਿਹਨੇ ਖਬਰ ਵੀ ਲਾਈ ਆ। K9 ਚੈਨਲ ਨੂੰ ਵੀ ਨਹੀਂ ਇਹ ਪਤਾ ਵੀ ਇਹ ਬੰਦੇ ਦੀ ਕੀ ਹੈਗੀ ਆ ਪ੍ਰੋਗਰਾਮ। ਆ ਕੇ ਉਹਨਾਂ ਨੇ ਇੱਥੇ ਪਿਛਲੇ 6 ਮਹੀਨੇ ਬਾਅਦ ਪਹਿਲਾਂ ਵੀ ਕੰਪਲੇਂਟ ਕੀਤੀ ਕੋਈ ਬਿਜਲੀ ਸੰਬੰਧਿਤ ਵਿਭਾਗ ਇੱਥੇ ਆਇਆ, ਕਿਉਂਕਿ ਅਸੀਂ ਨਾ ਦੇਖੋ ਮੰਦਰ ਕਮੇਟੀ ਵੱਲੋਂ 6 ਮਹੀਨੇ ਪਹਿਲਾਂ ਇੱਥੇ ਮੀਟਰ ਅਪਲਾਈ ਕੀਤਾ ਬਿਜਲੀ ਘਰ। ਉਦੋਂ ਬਿਜਲੀ ਦੇ ਦਫ਼ਤਰ ਦੇ ਵਿੱਚ ਕੋਵਿਡ ਕਰਕੇ ਬੰਦ ਸੀ, ਕੁਛ ਉੱਥੇ ਡਾਟਾ ਬਿਜਲੀ ਵਿਭਾਗ ਦਾ ਵਿਚਾਰਿਆਂ ਦਾ ਚੱਲ ਨਹੀਂ ਰਿਹਾ ਸੀ। ਉਹ ਵਿਚਾਰੇ ਮਹਿਕਮੇ ਵਾਲੇ ਜਿਹੜੇ ਸੀਗੇ ਉਹ ਕਹਿੰਦੇ ਕੋਈ ਨਹੀਂ ਫਾਈਲ ਹੈਗੀ, ਚਲੋ ਫੀਸ ਆ ਤੁਹਾਨੂੰ ਰਸੀਦ ਕਰਕੇ ਪਹੁੰਚਾ ਦੇਵਾਂਗੇ। ਉਹ ਬਦਕਿਸਮਤੀ ਰਹੀ, ਕੁਛ ਸਾਡੇ ਤੋਂ ਵੀ ਅਨੁਕੂਲ ਨਹੀਂ ਹੋਈ, ਕੁਛ ਉਹ ਵੀ ਚਲੋ ਹੈ ਸਾਡਾ ਭਾਈਚਾਰਾ ਬਿਜਲੀ ਮਹਿਕਮਾ ਵੀ, ਉਹਨਾਂ ਤੋਂ ਵੀ ਸਾਨੂੰ ਰਸੀਦ ਨਹੀਂ ਪਹੁੰਚਾ ਹੋਈ। ਚਲੋ ਇਹ ਵੀ ਗੱਲ ਹੋ ਗਈ। ਇਹਨੇ ਦੇਖਿਆ ਵੀ ਤਾਂ ਵੀ ਮੰਦਰ ਰੋਜ਼ ਤਰੱਕੀ ਕਰ ਰਿਹਾ, ਕਦੇ ਪੇਂਟ ਹੋ ਰਹੇ, ਕਦੇ ਇੱਥੇ ਮੇਲੇ ਲੱਗਦੇ, ਕੋਈ ਬਲੱਡ ਕੈਂਪ ਲੱਗਦੇ ਆ, ਕਦੇ ਲੰਗਰ ਲੱਗਦੇ ਆ। ਇਹ ਤਾਂ ਬਰਦਾਸ਼ਤ ਨਹੀਂ ਹੋਇਆ ਜੀ। ਇਹਨੇ ਚੱਕ ਕੇ ਸਾਨੂੰ ਵਿਭਾਗ ਦੇ ਵਪਾਰੀ ਜਿਹੜੇ ਹੈਗੇ ਉੱਥੇ ਦੇ ਅਫਸਰਾਂ ਨੇ ਸਾਨੂੰ ਦੱਸਿਆ ਆ, ਇਹ ਬੰਦਾ ਈਮੇਲਾਂ ਕਰਦਾ ਰਿਹਾ, ਸ਼ਿਕਾਇਤਾਂ ਕਰਦਾ ਰਿਹਾ, ਪਟਿਆਲੇ ਤੱਕ ਜਾਂਦਾ ਰਿਹਾ। ਕਿਉਂਕਿ ਉਹ ਜਿਹੜੇ ਬੰਦੇ ਬਿਜਲੀ ਦਫ਼ਤਰ ਦੇ ਆਏ ਸੀ, ਠੀਕ ਆ ਆਪਣੇ ਉਹਦੇ ਲਈ ਉਹ ਇਮਾਨਦਾਰ ਆ, ਉਹ ਵਿਚਾਰੇ ਉਹ ਵੀ ਇਹ ਸੋਚ ਰਹੇ ਸੀ ਵੀ ਸਾਨੂੰ ਮੰਦਰ ਦੇ ਕੰਮ 'ਚ ਕਿਉਂ ਪਾਤਾ। ਉਹਨਾਂ ਨੇ ਜੋ ਮਿਸਟਰ ਸਲਾਰੀਆ ਸਾਹਿਬ ਆਏ ਤੇ ਇਸ ਬੰਦੇ ਨੂੰ ਕਹਿਣ ਲੱਗੇ ਕਾਕਾ ਜੀ ਪਰਸ਼ੂਰਾਮ ਭਗਵਾਨ ਜੀ ਦਾ ਤੇ ਰਾਮਚੰਦਰ ਜੀ ਦਾ ਕੀ ਹਿਸਾਬ ਕਿਤਾਬ ਸੀ, ਤੁਸੀਂ ਉਸ ਹਿਸਾਬ ਨਾਲ ਚੱਲੋ। ਚਲੋ ਉਹ ਵੀ ਵਿਚਾਰੀ ਸਰਕਾਰੀ ਡਿਊਟੀ ਨਿਭਾ ਰਹੇ ਸੀ, ਚਲੋ ਉਹਨਾਂ ਨੇ ਜੋ ਦੇਖਿਆ ਉਹਨਾਂ ਨੇ ਕੀਤਾ। ਅੱਛਾ, ਸਾਨੂੰ ਪਤਾ ਹੀ ਨਹੀਂ ਅਸੀਂ ਕੁੰਡੀ ਲਾਈ ਹੋਈ ਆ। ਦੇਖੋ ਵੱਡੀ ਗੱਲ ਆ, ਸਾਨੂੰ ਨਹੀਂ ਪਤਾ ਕੁੰਡੀ ਲਾਈ ਹੋਈ ਆ। ਮੰਦਰ ਕਮੇਟੀ ਵੱਲੋਂ ਅਸੀਂ ਫਾਈਲ ਜਮ੍ਹਾਂ ਕਰਾਈ ਹੋਈ ਆ, ਸਾਨੂੰ ਤਾਂ ਪਤਾ ਹੀ ਨਹੀਂ। ਅਸੀਂ ਰੋਜ਼ ਇੱਥੇ ਬਜਰੰਗ ਦਲ ਬੈਠੇ ਆ, ਬ੍ਰਾਹਮਣ ਸਭਾ ਵਾਲੇ ਬੈਠੇ ਆ, ਸਾਰੇ ਹੀ ਇਹ ਚੀਜ਼ਾਂ ਦੇਖੀ ਜਾਂਦੇ ਆ ਵੀ ਰੋਜ਼ ਸੇਵਾ ਕਰਦੇ ਆ, ਰੋਜ਼ ਲੰਗਰ ਲਾਉਂਦੇ। ਸਾਡਾ ਤਾਂ ਧਿਆਨ ਨਹੀਂ ਵੀ ਕੁੰਡੀਆਂ ਲਾਈਆਂ। ਅੱਛਾ, ਜਨਰੇਟਰ ਇੱਥੇ ਪਿਆ ਆ, ਕੋਈ ਵੀ ਕਾਰੋਬਾਰ ਅਸੀਂ ਕਰਨਾ ਜਨਰੇਟਰ ਚਲਾਈਦਾ। ਫਿਰ ਲਾਈਟਾਂ 3-4 ਮੰਦਰ, ਸਾਨੂੰ ਤਾਂ ਇਹਨਾਂ ਨੇ ਸਿਰਫ ਐਵੇਂ ਬਦਨਾਮੀ ਦੇ ਦਿੱਤੀ ਨਜਾਇਜ਼ ਜੀ। ਖਾਸ ਕਰਕੇ ਰਾਜ ਬਹਾਦਰ ਅਤੇ ਖਾਸ ਕਰਕੇ K9 ਜਿਹੜਾ ਹੈਗਾ K9 ਚੈਨਲ ਵਾਲਿਆਂ ਨੇ ਇਹਦਾ ਐਵੇਂ ਨਜਾਇਜ਼ ਬਦਨਾਮੀ ਦਿੱਤੀ ਆ। ਪਰ ਅਸੀਂ ਤੁਹਾਨੂੰ ਕਹਿੰਦੇ ਭਗਵਾਨ ਦੇ ਘਰ ਅਸੀਂ ਬੈਠੇ ਆ, ਅਸੀਂ ਪਿੱਛੇ ਨਹੀਂ ਹਟਣਾ। ਅਸੀਂ ਇਹ 2 ਜਣਿਆਂ ਦੀ ਦਰਖਾਸਤ SFI ਦਿਹਾਤੀ ਪੁਲਿਸ ਨੂੰ ਵੀ ਦੇਣੀ ਆ, ਆਪਣੇ CM ਸਾਹਿਬ ਨੂੰ ਵੀ ਦੇਣੀ ਆ। ਅਸੀਂ ਰੁੱਕ ਕੇ ਨਹੀਂ ਬੈਠਣਾ। ਇਹਨਾਂ ਦਾ ਮੂੰਹ ਪੈ ਗਿਆ। ਦੇਖੋ ਗੁੱਸਾ ਨਾ ਕਰੀਏ, ਤੁਸੀਂ ਵੀ ਪੱਤਰਕਾਰ ਆ, ਸਾਡੇ 10 ਪੱਤਰਕਾਰ ਹੋਰ ਆ। ਮੈਂ ਅਕਸਰ ਇਹ ਨਾਂ ਲੈਂਦੇ ਅਸੀਂ ਪਤਾ ਨਹੀਂ ਕਿੱਦਾਂ ਚੱਲਦੇ ਆ। ਚਲੋ ਕੁੰਡੀ ਲਾ ਲਈ ਜਾਂ ਨਹੀਂ ਲਾ ਲਈ, ਇਹ ਗੱਲਾਂ ਕਹਿਣ ਵਾਲੀਆਂ। ਆਪਾਂ ਇੱਕ ਦੂਜੇ ਨੂੰ ਉਂਗਲ ਕਰਨਾ ਬਹੁਤ ਅੱਛਾ ਹੈ, ਪਰ ਇਹਨਾਂ ਨੇ ਸ਼ਨੀ ਦੇਵ ਜੀ ਦਾ ਮੰਦਰ ਹੈ ਇੱਥੇ, ਪਰਸ਼ੂਰਾਮ ਭਗਵਾਨ ਜੀ ਦਾ ਮੰਦਰ ਹੈ, ਇਹਨਾਂ ਨੇ ਉਹਨਾਂ ਨਾਲ ਅੱਡਾ ਲਿਆ, ਸਾਡੇ ਨਾਲ ਅੱਡਾ ਨਹੀਂ ਲਿਆ ਰਾਜ ਬਹਾਦਰ ਨੇ।
ਹਰ ਵੇਲੇ ਕਹੂਗਾ ਮੈਂ ਬੀਜੇਪੀ ਦਾ ਮੈਂਬਰ ਹਾਂ ਜੀ, ਹਰ ਵੇਲੇ ਕਹੂਗਾ ਮੈਂ ਇਹਦਾ ਪੱਤਰਕਾਰ ਉਹਦੀ ਆੜ 'ਚ। ਦੇਖੋ ਮੈਂ ਤੁਹਾਨੂੰ ਦੱਸਦਾ ਰੰਧਾਵਾ ਸਾਹਿਬ, ਇਸ ਬੰਦਿਆਂ ਨੇ ਪਿਛਲੀ ਦਿਨ ਸਾਡੇ ਨੂਰਮਹਿਲ ਦੇ SMO ਆ, ਉਹਨਾਂ ਨੂੰ ਆ ਕੇ ਦੁਖੀ ਕੀਤਾ, ਬਲੈਕਮੇਲ ਕੀਤਾ। ਕਾਰਨ ਕੀ, ਉਹ ਉਹਨਾਂ ਕੋਲ ਆਧਾਰ ਕਾਰਡ ਲੈ ਕੇ 20 ਬੰਦਿਆਂ ਦੇ ਆਪਣੇ ਕੋਵਿਡ ਦਾ ਟੀਕਾ ਲਾਣਾ ਜੀ। ਉਹ ਵਿਚਾਰਿਆਂ ਦੀ ਮਜਬੂਰੀ ਹੋ ਗਈ, ਪਿੱਛੋਂ ਕੋਵਿਡ ਟੀਕਾ ਆਇਆ ਨਹੀਂ, ਉਹਨਾਂ ਨੇ ਜਵਾਬ ਦੇ ਦਿੱਤਾ। ਜਿਉਂ SMO ਸਾਹਿਬ ਨੂੰ ਸਵੇਰੇ ਫੜਿਆ ਲਾਈਵ ਕਰਕੇ, ਆਇਓ ਜੀ ਜਵਾਬ ਦਿਓ ਜੀ ਜਵਾਬ, ਉਹਨਾਂ ਨੂੰ ਬਲੈਕਮੇਲ ਕਰੀ ਜਾਂਦੇ ਆ। SHO ਸਾਡੇ ਥਾਣੇਦਾਰਾਂ ਨੂੰ ਜੋ ਬਲੈਕਮੇਲ ਕਰਦੇ ਆ, ਵੀਡੀਓ ਨੂੰ ਬਲੈਕਮੇਲ ਕਰਦੇ ਆ। ਖਾਸ ਕਰਕੇ ਜਿਹੜਾ ਇਹਨਾਂ ਨੇ ਕਿਹਾ ਵੀ ਜੁਰਮਾਨਾ ਪਾਇਆ, ਹਜੇ ਸਾਨੂੰ ਕੋਈ ਲੈਟਰ ਨਹੀਂ ਉਹਦੀ ਆਈ, ਕੋਈ ਸਾਨੂੰ ਮੇਲ ਨਹੀਂ ਮਿਲੀ। ਭਗਵਾਨ ਜੀ ਦੇ ਮੰਦਿਰਾਂ 'ਚ ਬੈਠੇ ਆ, ਸਾਖੀ ਮੰਨ ਕੇ ਤੁਹਾਨੂੰ ਅੱਜ ਵੀ ਸਾਰਿਆਂ ਸਾਹਮਣੇ ਕਹਿੰਦੇ ਆ। ਅਸੀਂ ਸਿਕਿਉਰਿਟੀ ਜਮ੍ਹਾਂ ਕਰਾਈ ਸੀ, ਅਨਪੋਲੇ ਰਹਿ ਗਏ, ਅਨਪੋਲੇ ਅਸੀਂ ਵੀ ਰਹਿ ਗਏ, ਬਿਜਲੀ ਵਿਭਾਗ ਦੇ ਅਧਿਕਾਰੀ ਵੀ ਰਹਿ ਗਏ, ਸਿਰਫ ਕੋਵਿਡ ਦੀ ਬਿਮਾਰੀ ਕਰਕੇ ਉਹ ਵੀ ਵਿਚਾਰੇ ਫਸੇ ਹੁੰਦੇ ਆ, ਡਾਟਾ ਵੀ ਨਹੀਂ ਚੱਲਿਆ ਉਹਨਾਂ ਦਾ। ਅਸੀਂ ਇਹ ਕਿਸੇ ਨੂੰ ਬਲੇਮ ਨਹੀਂ ਦਿੰਦੇ, ਕਿਸੇ ਅਫਸਰ ਨੂੰ ਬਲੇਮ ਨਹੀਂ ਦਿੰਦੇ। ਠੀਕ ਆ, ਉੱਪਰ ਹਾਈ ਅਥਾਰਟੀ ਨੇ ਵਿਚਾਰੇ ਉਹ ਵੀ ਆਪਣੇ ਕਾਨੂੰਨ ਦੇ ਬੱਝੇ ਆਏ ਆ ਸਾਡੇ ਕੋਲ। ਠੀਕ ਆ, ਜਿਹੜਾ ਜੁਰਮਾਨੇ ਦੀ ਗੱਲ ਹੈ ਨਾ, ਅਸੀਂ ਇਹਨੂੰ ਕੋਰਟ 'ਚ ਵੀ ਚੈਲੰਜ ਕਰਨਾ, ਤੁਹਾਨੂੰ ਮੈਂ ਦੱਸ ਦੇਵਾਂ। ਇੱਦਾਂ ਨਹੀਂ, ਇਹ ਬਾਹਮਣ ਇੱਦਾਂ ਦੇ ਠੰਡੇ ਨਹੀਂ ਹੈਗੇ, ਕੋਰਟ 'ਚ ਵੀ ਚੈਲੰਜ ਕਰਾਂਗੇ। ਠੀਕ ਆ, ਦੇਣਾ ਪਊਗਾ ਦੇਵਾਂਗੇ ਕਿਸੇ ਹੱਥ 'ਤੇ ਜਾ ਕੇ, ਪਰ ਅਸੀਂ ਲੜਾਈ ਲੜ ਕੇ ਕੁਝ ਕਰਾਂਗੇ। ਤੁਹਾਡੇ ਰਾਈਟ ਨੇ ਨਾ, ਵੀ ਉਹ ਤੁਹਾਡੇ ਰਾਈਟ ਨੇ, ਹਰੇਕ ਦਾ ਕਾਨੂੰਨੀ ਪੱਖ ਆਪੋ ਆਪਣਾ ਰਾਈਟ ਹੁੰਦਾ, ਵੀ ਆਪਣਾ ਤੁਸੀਂ ਰਾਈਟ ਨੂੰ ਆਪਾਂ ਲੜ ਸਕਦੇ ਆ। ਜਿਹੜੇ ਹੁਣ ਤੁਸੀਂ ਇੱਕ ਚੀਜ਼ ਤਾਂ ਮੰਨਦੇ ਹੋ ਵੀ ਹਾਂ ਵੀ ਜਿਹੜੀ ਬਿਜਲੀ ਚੋਰੀ ਦੀ ਘਟਨਾ ਜਿਹੜੀ ਹੋਈ ਆ, ਕਿਤੇ ਨਾ ਕਿਤੇ ਤੁਸੀਂ ਗਲਤੀ ਮੰਨਦੇ ਹੋ ਇਸ ਚੀਜ਼ ਦੀ, ਵੀ ਤੁਸੀਂ ਕਿਤੇ ਨਾ ਕਿਤੇ ਇਸ ਚੀਜ਼ ਵਾਲੇ ਪਾਸੇ ਥੋੜੀ ਜਿਹੀ ਗਲਤੀ ਫੀਲ ਕਰ ਰਹੇ ਹੋ। ਪਰਮਾਤਮਾ ਦੇ ਘਰ ਆਪਾਂ ਸੇਵਾ ਕਰਦੇ ਹਾਂ ਨਾ, ਸੇਵਾ ਕਰ ਰਹੇ ਹੋ, ਵੀ ਥਾਣੇ ਵਾਲੇ ਵੀ ਸੇਵਾ ਕਰ ਰਹੇ, ਮੰਦਰਾਂ ਵਾਲੇ ਵੀ ਸੇਵਾ ਕਰ ਰਹੇ ਆ, ਹਸਪੀਟਲ ਵਾਲੇ ਵੀ ਸੇਵਾ ਕਰਦੇ। ਤੁਸੀਂ ਅਕਸਰ ਖਬਰਾਂ 'ਚ ਪੜ੍ਹਦੇ ਆ ਜੀ, ਉਹਦਾ ਬਿੱਲ ਇੰਨਾ ਜੀ, ਉਹਦਾ ਆਇਆ ਨਹੀਂ। ਦੇਖੋ, ਜੇ ਅਸੀਂ ਚੋਰ ਹੋਵਾਂਗੇ, ਭਗਵਾਨ ਪਰਸ਼ੂਰਾਮ ਜੀ, ਮੈਂ ਤੁਹਾਨੂੰ ਬਾਰ-ਬਾਰ ਕਹਿੰਦਾ, ਅਸੀਂ ਉਹ ਸਾਨੂੰ ਸਜ਼ਾ ਦੇਣਗੇ, ਸਾਨੂੰ ਇਹ ਸਜ਼ਾ ਨਹੀਂ ਦੇ ਸਕਦੇ। ਚਲੋ ਸਰ, ਇੱਕ ਚੀਜ਼ ਹੋਰ ਵੀ ਆ, ਗਲਤੀ ਇਨਸਾਨਾਂ ਦੇ ਕੋਲੇ ਹੁੰਦੀ ਆ, ਇਨਸਾਨ ਰੱਬ ਤਾਂ ਨਹੀਂ ਬਣ ਜਾਊਗਾ। ਜੇ ਕਿਤੇ ਇਸ ਚੀਜ਼ ਦੀ ਹੁੰਦੀ ਹੈ, ਇਸ ਚੀਜ਼ ਦੀ ਜਿਹੜੀ ਗਲਤੀ ਸੁਧਾਰੀ ਵੀ ਜਾ ਸਕਦੀ ਹੈ, ਪਰ ਉਸ ਨੂੰ ਜੇਕਰ ਅਸੀਂ ਗਲਤੀ ਨੂੰ ਹਮੇਸ਼ਾ ਟਾਰਗੇਟ ਕਰਦੇ ਰਹੇ ਵੀ ਨਹੀਂ, ਇਹ ਬੰਦੇ ਹੀ ਸਾਰੇ ਗਲਤ ਨੇ, ਇਹ ਵੀ ਕਿਤੇ ਗੱਲ ਜਾਇਜ਼ ਨਹੀਂ ਨਾ ਹੈਗੀ। ਰੰਧਾਵਾ ਜੀ ਦੇਖੋ, ਸਾਨੂੰ ਸਹੀ ਦੱਸਾਂ ਤੁਹਾਨੂੰ, ਸਾਨੂੰ ਕੁੰਡੀ ਦਾ ਵੀ ਨਹੀਂ ਪਤਾ ਸੀ ਵੀ ਕੁੰਡੀ ਲੱਗੀ ਹੋਈ ਇੱਥੇ, ਸਾਨੂੰ ਪਤਾ ਹੀ ਨਹੀਂ ਕੁੰਡੀ ਲੱਗੀ ਹੈ। ਪਤਾ ਨਹੀਂ ਇਹ ਸਾਨੂੰ, ਅਸੀਂ ਇਹ ਵੀ ਇਨਕੁਆਇਰੀ ਕਰ ਰਹੇ ਆ ਵੀ ਪਤਾ ਨਹੀਂ ਇਹ ਬੰਦੇ ਨੇ ਕੋਈ ਹੇਰਾਫੇਰੀ ਕਰਕੇ ਕੋਈ ਗੇਮ ਕਮਾਈ ਆ। ਇਹ ਚੀਜ਼ ਅੱਜ ਦਾ ਪੁੱਛਣਾ, ਅਸੀਂ ਕਲੀਅਰ ਕਰਨੀ ਹੈ ਗੱਲ। ਦੇਖੋ, ਇਹ ਬਲੇਮ ਸਾਡੇ ਲੱਗ ਗਿਆ, ਸ਼ਾਇਦ ਇਸ ਬੰਦੇ ਨੇ ਹੀ ਕੁੰਡੀਆਂ ਕਰਨੀਆਂ, ਅਸੀਂ ਚੈੱਕ ਕਰਨਾ, ਸਾਨੂੰ ਪਤਾ ਹੀ ਨਹੀਂ ਸੀ ਕੁੰਡੀ ਲੱਗੀ ਆ। ਕਿਤੇ ਇਹ ਤਾਂ ਨਹੀਂ ਹੈਗਾ ਵੀ ਜਿਹੜੇ ਤੁਸੀਂ ਇਹਨਾਂ ਨੂੰ ਜਿਹੜੀ ਤੁਹਾਡੀ ਜਿਹੜੀ ਬ੍ਰਾਹਮਣ ਸਭਾ ਦੇ ਵਿੱਚੋਂ ਇਹਨੂੰ ਬਰਖਾਸਤ ਕਰ ਦਿੱਤਾ ਸੀ, ਜਾਂ ਸਾਰੇ ਮੰਦਰਾਂ ਦੇ ਇਹਦਾ ਬਾਈਕਾਟ ਕਰਤਾ, ਤਾਂ ਹੀ ਉਹੀ ਰੰਜਿਸ਼ ਲੈ ਕੇ ਅੱਗੇ ਵਧ ਰਿਹਾ ਹੋ ਗਿਆ ਤੇਰਾ। ਮੈਂ ਕਿਹਾ ਛੁਟਕਾਰਾ ਨਹੀਂ ਹੋਣਾ। ਮੈਂ 2-4 ਗੱਲਾਂ ਮੈਂ ਉਹਨੂੰ ਚੋਰੀ ਕੀਤੀ, ਜੋ ਸ਼ਿਕਾਇਤ ਕੀਤੀ ਆ, ਮੈਂ ਕਰਵਾਈ ਆ ਸਾਰਾ ਕੁਝ। ਇਹ ਸਾਜ਼ਿਸ਼ ਹੋਈ ਆ ਬਹੁਤ ਵੱਡੀ। ਅੱਛਾ, ਉਹਦਾ ਨਾਮ ਵੀ ਲੈਣਾ ਅਸ਼ੋਕ ਲਾਲ, ਕਿਉਂਕਿ ਸਾਡੇ ਨਾਲ ਬਹਿਨੇ ਉੱਥੇ ਸਮਾਜ 'ਤੇ ਤੁਸੀਂ ਆਉਂਦੇ ਆ ਜੀ। ਮੈਂ ਅਸ਼ੋਕ ਲਾਲ ਨੂੰ ਕਿਹਾ, ਅਸ਼ੋਕ ਲਾਲ ਜੀ ਯਾਰ ਕਿਹੜੀ ਕਮੀ ਪੈ ਗਏ ਆਪਾਂ? ਕਹਿੰਦਾ ਸ਼ਰਮਾ ਜੀ ਜੇ ਕੋਈ ਕਰਾਂਗੇ ਤਾਂ ਸਾਨੂੰ ਸੈਟਿੰਗਾਂ ਸਾਡੇ ਨਾਲ ਹੋਣਗੀਆਂ। ਦੇਖੋ ਕਿੱਡੀ ਵੱਡੀ ਗੱਲ ਆ, ਇਹ ਭਗਵਾਨ ਦੇ ਘਰ ਸੈਟਿੰਗਾਂ ਕਰਨੀਆਂ। ਅਸੀਂ ਤੁਹਾਡੇ ਪੁਤਲੇ ਵੀ ਫੂਕਾਂਗੇ ਸ਼ਹਿਰ 'ਚ। ਅੱਛਾ, ਹੋਰ ਵੀ ਸੀ ਸਾਡੀ ਬ੍ਰਾਹਮਣ ਸਭਾ ਮੀਟਿੰਗ, ਤੁਹਾਨੂੰ ਪਹਿਲਾਂ ਵੀ ਦੱਸਿਆ, ਬੰਦੇ ਬਹੁਤ ਆਣੇ ਸੀ। ਅਸੀਂ ਇਹਦਾ ਰਾਜ ਬਹਾਦਰ ਦਾ K9 ਦਾ ਪੁਤਲਾ ਫੂਕਣਾ ਸੀ ਚੌਂਕ 'ਚ। ਸਿਰਫ ਅਸੀਂ ਕੋਵਿਡ ਦੇ ਕਰਕੇ ਕੁਝ ਕਿਸਾਨਾਂ ਵੱਲੋਂ ਅੱਜ ਸੀਗਾ ਅੰਦੋਲਨ, ਅਸੀਂ ਉਹ ਚੀਜ਼ ਨੂੰ ਰਿੰਗਰ ਆਨ ਕਰਤਾ ਆ। ਪਰ ਸਾਨੂੰ ਜੇ ਨਹੀਂ ਹਟੇ, ਅਸੀਂ ਇਹਨਾਂ ਨੂੰ ਅਸੀਂ ਦੱਸਾਂਗੇ ਕਿੱਦਾਂ ਕਰਾਂਗੇ। ਇਹਨਾਂ ਦਾ ਮੂੰਹ ਪੈ ਕੇ ਸਾਡੇ ਨੂਰਮਹਿਲ ਨੂੰ ਖਰਾਬ ਕਰਦੇ ਆ। ਕਦੇ SHO ਕੋ ਜਾਂਦੇ, ਕਦੇ SMO ਕੋ ਜਾਂਦੇ, ਕਦੇ BDO ਕੋ ਜਾਂਦੇ ਆ, ਕਦੇ ਆਮ ਦੁਕਾਨਾਂ ਵਾਲਿਆਂ ਤੋਂ ਜਾਂਦੇ ਆ। ਦੁਕਾਨਾਂ ਵਾਲਿਆਂ ਕਦੇ ਕੋਈ ਸਮਾਨ ਲੈ ਆਉਂਦੇ ਆ, ਉਹਨਾਂ ਨੂੰ ਅੱਛਾ ਵੀ ਤੁਹਾਨੂੰ ਦੇ ਦੇਵਾਂਗੇ ਪੈਸੇ। ਯਾਰ ਪ੍ਰੈਸ ਰਿਪੋਰਟ ਆ, ਤੁਸੀਂ ਰੱਬ ਦਾ ਰੂਪ ਆ, ਤੁਹਾਨੂੰ ਰੱਬ ਰੂਪ ਮੰਨਦੇ ਆ ਅਸੀਂ। ਲੋਕਤੰਤਰ ਦੇ ਵਿੱਚ ਦੂਜਾ ਰੱਬ ਮੰਨਿਆ ਗਿਆ ਪ੍ਰੈਸ ਰਿਪੋਰਟ। ਤੁਸੀਂ ਦੇਖੋ, ਬਲੈਕਮੇਲਿੰਗ ਨਾ ਕਰੋ ਪਲੀਜ਼, ਬਲੈਕਮੇਲਿੰਗ ਨਹੀਂ ਕਰੋ। ਤੁਸੀਂ ਤੇ ਰੰਧਾਵਾ ਜੀ ਤੁਸੀਂ ਵੀ ਕਰਦੇ ਆ, ਤੁਹਾਨੂੰ ਆ ਪੜਾਲ ਸਾਹਿਬ ਬੈਠੇ, ਹੋਰ ਵੀ ਬੈਠੇ। ਕਦੇ ਤੁਸੀਂ ਕਹੋਗੇ ਸਾਡੇ ਮੰਦਿਰ ਜਾਂ ਗੁਰਦੁਆਰੇ 'ਚ ਬੰਦਾ ਕੋਈ ਰਾਖਸ਼ ਬੁੱਧੀ ਦਾ ਬੰਦਾ ਵੀ ਨਹੀਂ ਅੱਜ ਕੱਲ੍ਹ ਜਾ ਕੇ ਮੰਦਿਰ ਦੀ ਕੰਪਲੇਂਟ ਕਰੂਗਾ। ਬਿਲਕੁਲ ਜੀ, ਦੇਖੋ ਮੇਨ ਚੀਜ਼ ਮੈਂ ਤਾਂ ਤੁਹਾਨੂੰ ਇੱਕ ਗੱਲ ਕਲੀਅਰ ਗੱਲ ਕਰ ਦੇਵਾਂ ਜੀ, ਸਾਡੇ ਕੋਲ ਪੱਤਰਕਾਰਾਂ ਦੇ ਕੋਲ ਕੋਈ ਰਾਈਟ ਨਹੀਂ ਹੈਗਾ। ਕਿਸੇ ਦੀ ਦੁਕਾਨ ਖੁੱਲੀ ਆ, ਕਿਸੇ ਦੀ ਦੁਕਾਨ ਬੰਦ ਆ, ਕਿਸੇ ਦੇ ਘਰ 'ਚ ਕੁੰਡੀ ਲੱਗੀ ਆ, ਕਿਸੇ ਦੇ ਘਰ 'ਚ ਕੁਝ ਗਲਤ ਹੋ ਰਿਹਾ, ਸਾਡਾ ਫਰਜ਼ ਬਣਦਾ ਸਿਰਫ ਦੇਖ ਕੇ ਉਹਨੂੰ ਖਬਰ ਲਾਉਣ ਦਾ। ਅਸੀਂ ਸਿਰਫ ਖਬਰ ਲਾ ਸਕਦੇ ਹਾਂ, ਅਸੀਂ ਕਿਸੇ ਪਾਸੇ ਧਿਰ ਨਹੀਂ ਬਣ ਸਕਦੇ, ਕਿਉਂਕਿ ਅਸੀਂ ਸਾਂਝੇ ਬੰਦੇ ਆ। ਅਸੀਂ ਅੱਜ ਇਹਨਾਂ ਨਾਲ ਖੜੇ ਆ, ਅੱਜ ਤੁਹਾਡੇ ਨਾਲ ਖੜੇ ਆ, ਕੱਲ੍ਹ ਨੂੰ ਅਸੀਂ ਉਹਨਾਂ ਨਾਲ ਵੀ ਖੜਦੇ ਹਾਂ। ਪਰ ਮੇਨ ਚੀਜ਼ ਜਦੋਂ ਧਿਰ ਬਣ ਜਾਂਦੇ ਆ, ਉਦੋਂ ਜਾ ਕੇ ਪੱਤਰਕਾਰਤਾ ਦਾ ਵੀ ਘਾਣ ਹੁੰਦਾ ਇਸ ਚੀਜ਼ ਦਾ। ਧਿਰ ਦੀ ਗੱਲ ਸੁਣ ਲਓ, K9 ਨੇ ਖਬਰਾਂ 2 ਦਿਨ ਛਾਪਦੀਆਂ ਮੰਦਿਰ ਵਿਰੁੱਧ। ਉਹਨਾਂ ਨੇ ਇਹ ਨਹੀਂ ਜ਼ਰੂਰੀ ਸਮਝਿਆ ਵੀ ਤੁਹਾਡਾ ਪੱਖ ਵੀ ਲੈ ਲਈਏ, ਬ੍ਰਾਹਮਣ ਸਮਾਜ ਦਾ ਵੀ ਪੱਖ ਲੈ ਲਈਏ ਜਿਹਨਾਂ ਤੁਸੀਂ ਅਟੈਕ ਕੀਤਾ। ਉਹਨਾਂ ਨੇ ਇਹ ਨਹੀਂ ਜ਼ਰੂਰੀ ਸਮਝਿਆ, ਉਹਨਾਂ ਸਿਰਫ ਇੱਕ ਤਰਫਾ ਹੀ ਗੱਲ ਸੁਣਤੀ, ਕਿਉਂਕਿ ਰਾਜ ਬਹਾਦਰ ਨੂੰ ਮੈਂਬਰ ਬਣਾਇਆ। ਅੱਛਾ, 3 ਮਹੀਨੇ ਬਾਅਦ ਇਹ ਆਪਣੀ ਯੂਨੀਅਨ ਬਦਲ ਦਿੰਦੇ। K9 ਵਾਲੇ ਰਾਜ ਬਹਾਦਰ ਕਦੇ ਉਹ ਯੂਨੀਅਨ ਆ ਗਈ, ਕਦੇ ਉਹ ਜਲੰਧਰੋਂ ਸੱਦੇ ਹੁੰਦੇ ਸਰਦਾਰ ਜੀ, ਕਦੇ ਉਹ ਆਇਆ। ਉਹਨਾਂ ਦਾ ਪਤਾ ਹੀ ਨਹੀਂ ਕੌਣ ਆ।
ਉਹ ਆ ਕੇ ਇੱਥੇ ਹਾਰ ਪਾਉਂਦੇ, ਜਿੱਦਾਂ ਹੁਣ ਅਸੀਂ ਯੂਨੀਅਨ ਬਣਾ ਲਈ, ਹਾਰ ਸ਼ਰਮਾ ਜੀ ਦੇ ਪਾਤਾ, ਗੌਰਵ ਜੀ ਦੇ ਇਹਦੇ ਹਾਰ ਪਾਤਾ, ਯੂਨੀਅਨ ਬਣ ਗਈ। ਯਾਰ ਤੁਸੀਂ ਲੋਕਤੰਤਰ ਦੇ ਵਿੱਚ ਪ੍ਰੈਸ ਰਿਪੋਰਟਰ ਹੋ, ਲੋਕੀ ਤੁਹਾਨੂੰ ਸਿਰ ਮੱਥੇ ਦਿੰਦੇ ਆ, ਤੁਸੀਂ ਆ ਕੇ ਲੋਕਾਂ ਨੂੰ ਬਲੈਕਮੇਲ ਨਹੀਂ ਕਰ ਰਹੇ, ਇਹ ਹੱਥ ਕੰਡੇ ਅਪਣਾਉਂਦੇ ਇਹ ਨਹੀਂ ਜੀ। ਤੁਹਾਨੂੰ ਵੀ ਕਹਿੰਦਾ, ਦੇਖੋ ਇਨਸਾਨੀਅਤ ਸਾਡੀ ਆਵਾਜ਼ ਇਹ ਬੁਲੰਦ ਆ, ਕਰੋ ਇਹ ਚੀਜ਼ਾਂ। ਬਲੈਕਮੇਲਿੰਗ ਸਾਡੇ ਨੂਰ ਮਹਿਲ 'ਚ ਨਹੀਂ ਹੋਣ ਦੇਣੀ ਅਸੀਂ। ਅੱਛਾ ਮਿਸਰ ਜੀ, ਤੁਸੀਂ ਤੁਹਾਡੇ ਦੇ ਕੱਲ ਇੱਕ ਖਬਰ ਲੱਗਦੀ ਹੈ ਜਿਹਦੇ ਵਿੱਚ ਪਰਚਾ ਦਰਜ ਕੀਤਾ ਜਾਂਦਾ ਹੈ, ਜਿਹਦੇ ਵਿੱਚ ਕਿਹਾ ਜਾਂਦਾ ਵੀ 2,60,000 ਰੁਪਏ ਦਾ ਜੁਰਮਾਨਾ ਪਾਇਆ ਜਾਂਦਾ, ਤੇ ਤੁਹਾਡੇ ਕੋਲ ਕੋਈ ਨੋਟਿਸ ਇਸ ਚੀਜ਼ ਦਾ ਆ ਗਿਆ? ਕੋਈ ਨਹੀਂ ਆਇਆ ਭਾਜੀ, ਅਜੇ ਤੱਕ ਕੋਈ ਨੋਟਿਸ ਨਹੀਂ ਆਇਆ, ਕੋਈ ਕਿਸੇ ਦਾ ਫੋਨ ਨਹੀਂ ਆਇਆ ਮੈਨੂੰ। ਓਕੇ, ਇਹ ਹਵਾ ਕਰੋ ਗੱਲ। ਅਖਬਾਰਾਂ ਵਿੱਚ ਤਾਂ ਆ ਗਿਆ ਵੀ 2,60,000 ਦਾ ਜੁਰਮਾਨਾ ਹੋ ਗਿਆ ਤੇ ਪ੍ਰਧਾਨ ਸਾਹਿਬ ਦੇ ਉੱਤੇ ਪਰਚਾ ਦਰਜ ਹੋ ਗਿਆ। ਤੁਹਾਡੇ ਕੋਲ ਕੋਈ ਪਰਚੇ ਦੀ ਰਿਪੋਰਟ ਆ ਚੁੱਕੀ ਹੈ? ਕੋਈ FIR ਦੀ ਕੰਪਲੇਂਟ ਹੈ ਤੁਹਾਡੇ ਕੋਲ? ਕੋਈ ਨਹੀਂ, ਕੋਈ ਨਹੀਂ ਆਈ ਜੀ ਹਜੇ ਤੱਕ, ਕੋਈ ਨਹੀਂ ਆਈ, ਕੋਈ ਨਹੀਂ ਆਈ ਹਜੇ ਤੱਕ। ਸਿਰਫ ਹਵਾ ਦੇ ਵਿੱਚ ਹੀ ਸਾਰੇ ਤੀਰ ਛੱਡ ਰਹੇ ਨੇ। ਇਹ ਰਾਜ ਬਹਾਦਰ ਤੇ ਬੋਝ ਪਿਆ ਆ, ਬਸ ਉਹਨੂੰ ਹੀ ਟੈਨਸ਼ਨ ਪਈ ਹੈ ਵੀ ਜੁਰਮਾਨਾ ਪਵਾਵਾਂ, ਜਾਂ ਗਈ ਨਾ ਨੂੰ ਬੋਝ ਪਿਆ ਵੀ ਜੁਰਮਾਨਾ ਪਵਾਈਏ। ਆਪਣੇ ਆਪ ਨੂੰ ਹਨਾ ਉਹ ਦੱਸਣ ਲੱਗਾ ਜੀ ਧਰਮਾਤਮਾ ਬਣੇ ਹੋਏ ਆ। ਧਰਮਾਤਮਾ ਨਹੀਂ ਤੁਸੀਂ ਬਣੇ। ਮੈਂ ਅੱਜ ਤੁਹਾਨੂੰ ਵੀ K9 ਨਾਲ ਸਾਡੀ ਅੱਜ ਤੋਂ ਲੜਾਈ ਸ਼ੁਰੂ ਆ, ਰਾਜ ਬਹਾਦਰ ਨਾਲ ਵੀ ਸ਼ੁਰੂ ਆ। ਪ੍ਰੈਸ ਰਿਪੋਰਟ ਹੀ ਕਰੀਓ, ਬੰਦਿਆਂ ਅੰਗਰ ਕਰੀਓ, ਨਹੀਂ ਤਾਂ ਅਸੀਂ ਨਹੀਂ ਇਦਾਂ ਹੁੰਦੇ। ਅੱਛਾ ਸਰ, ਇੱਕ ਚੀਜ਼ ਹੋਰ ਵੀ ਸੀ, ਉਹਨਾਂ ਨੇ ਜਿਹੜੀ ਖਬਰ ਚਲਾਈ ਸੀ, ਖਬਰ ਦੇ ਵਿੱਚ ਇਹ ਵੀ ਗੱਲ ਕੀਤੀ ਵੀ ਪੱਤਰਕਾਰ ਨਾਲ ਬਦਸਲੂਕੀ ਕੀਤੀ ਗਈ। ਉਹ ਬਦਸਲੂਕੀ ਬਾਰੇ ਵੀ ਆਪਾਂ ਜ਼ਿਕਰ ਕਰ ਲਈਏ, ਅਸਲ ਹੋਇਆ ਕੀ ਸੀ ਉਸ ਦਿਨ ਜਿੱਦਣ ਇਹ ਸਾਰੀ ਘਟਨਾ ਹੋਈ ਆ? ਬਦਸਲੂਕੀ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਆ। ਮੈਂ ਆ ਗਿਆ, ਮਿਸਰ ਜੀ ਆ ਗਏ, ਚੇਤਨ ਹੁਣੀ ਆ ਗਏ, ਤੇ ਉਹ ਸਲਾਰੀਆ ਸਾਹਿਬ ਸੀਗੇ ਮਿਸਟਰ, ਉਹ ਵਿਚਾਰੇ ਆ ਕੇ ਮੰਦਰ ਦੇਖ ਲਏ। ਉਹ ਮੈਨੂੰ ਅਜੇ ਬੜੇ ਸੋਹਣੇ ਭਗਵਾਨ ਜੀ ਦਾ ਨਾਂ ਲੈ ਰਹੇ, ਕਹਿੰਦੇ ਯਾਰ ਕਿੱਥੇ ਕਮੀ ਸਾਨੂੰ ਪਾਤਾ ਉਹਨੇ ਜੀ। ਪਹਿਲਾਂ ਤਾਂ ਆਉਂਦਾ K9 ਸ਼ੋਕ ਲਾਲ। ਮੈਂ ਕਿਹਾ ਸ਼ੋਕ ਲਾਲ ਯਾਰ ਕਿਹੜੀ ਕਮੀ ਆਪਾਂ ਪੈ ਗਏ, ਆਪਾਂ ਛੱਡ ਯਾਰ ਕਿਹੜੀ ਗੱਲ ਆ। ਕਹਿੰਦਾ ਯਾਰ ਸ਼ਰਮਾ ਜੀ ਜੇ ਅਸੀਂ ਕੋਈ ਇੱਦਾਂ ਕਰਾਂਗੇ ਸਾਡੇ ਨਾਲ ਸੈਟਿੰਗਾਂ ਹੋਣਗੀਆਂ। ਮੇਰੀ ਗੱਲ ਇੱਥੇ ਵੱਜੀ, ਮੈਂ ਤੁਹਾਨੂੰ ਚੈਨਲ ਤੇ ਗੱਲ ਕਰ ਰਿਹਾ, ਮੈਨੂੰ ਮੂੰਹ ਤੇ ਵੀ ਕਰਾ ਲਿਓ ਉਸ ਬੰਦੇ ਨਾਲ, ਮੰਦਰ 'ਚ ਬਹਿ ਕੇ ਮੈਂ ਗੱਲ ਕਰ ਰਿਹਾ। ਦੂਜੇ ਨੰਬਰ ਤੇ ਰਾਜ ਬਹਾਦਰ ਆਉਂਦਾ ਦੌੜਿਆ, ਜਿੱਦਾਂ ਉਹਦੀ ਪੂੰਛ ਨੂੰ ਅੱਗ ਲੱਗੀ ਹੁੰਦੀ ਹਰ ਵੇਲੇ। ਪੂੰਛ ਹੈ ਨਹੀਂ ਉਹਦੇ, ਪੂੰਛ ਨੂੰ ਅੱਗ ਜਿੱਦਾਂ ਨਾ ਮੈਂ ਆਪਣੇ ਬੋਝ ਉੱਤੇ ਹੀ ਪੈ ਗਿਆ ਸਾਰਾ। ਹਾਂਜੀ ਕਿੱਦਾਂ ਜੀ ਕਿੱਦਾਂ। ਮੈਂ ਕਿਹਾ ਰਾਜ ਬਹਾਦਰ ਛੱਡੋ ਯਾਰ ਕਿਹੜੀ ਆ। ਮੈਂ ਤਾਂ ਸਮਝ ਗਿਆ ਵੀ ਇਕੱਠੇ ਹੋ ਕੇ ਆਇਆ, ਮੈਨੂੰ ਕਿਹੜਾ ਬ੍ਰਾਹਮਣ ਸਮਝਦੇ ਆ। ਮੈਂ ਕਰਾਈ ਕੁੰਡੀ, ਜਦੋਂ ਉਹਨੇ ਕਿਹਾ ਮੈਂ ਕੁੰਡੀ, ਫਿਰ ਮੈਂ ਉਹਦੀ ਮੂਵੀ ਬਣਾਉਣਾ ਚਾਹੁੰਦਾ ਸੀ, ਕਿਉਂਕਿ ਜੇ ਇਹ ਮੂਵੀਆਂ ਬਣਾ ਸਕਦੇ ਆ। ਮੈਂ ਆਪਣਾ ਵੀ ਕੈਮਰਾ ਔਨ ਕੀਤਾ, ਇਹ ਦੌੜ ਗਿਆ ਫਿਰ ਤੋਂ। ਜਿਆਦਾ ਪੇ ਦਾ ਪੁੱਤੀ ਖੜ ਕੇ ਮੇਰੇ ਨਾਲ ਬਹਿਸ ਕਰਦਾ ਉੱਥੇ। ਹੁਣ ਵੀ ਮੈਂ ਕਹਿੰਦਾ ਕਿਤੇ ਆ ਕੇ ਸਾਨੂੰ ਸਾਹਮਣੇ ਬਹਿ ਕੇ ਸਭਾ ਜਾ ਕੇ ਗੱਲ ਕਰ, ਸ਼ਹਿਰ ਪਰ ਸਭਾ ਨੇ ਬਣਨ ਨਹੀਂ ਦੇਣਾ। ਇਹ ਜਿਹੜੇ ਛਾਪੇ ਵੱਜਣ ਤੇ ਪੱਤਰਕਾਰਾਂ ਨੂੰ ਇਹ ਉਹਨਾਂ ਨੇ ਬੁਲਾਇਆ ਸੀਗਾ ਜਾਂ ਕਿਵੇਂ ਆਪਣੇ ਆਪ ਹੀ ਆਏ ਸੀ? ਮਿਸਟਰ ਸਲਾਰੀਆ ਸਾਹਿਬ ਦਾ ਫੋਨ ਆਇਆ ਸੀ ਮਿਸਰ ਜੀ ਨੂੰ, ਮਿਸਰ ਉਹਨਾਂ ਨੇ ਮੈਨੂੰ ਬੁਲਾਇਆ, ਚੇਤਨ ਵਾਲੇ ਤਿੰਨੇ ਇਕੱਠੇ ਹੋ ਗਏ ਆ। K9 ਉਹਨਾਂ ਦੇ ਨਾਲ ਹੀ ਪਹਿਲਾਂ ਆਇਆ ਹੋਇਆ ਜੀ, ਉਹ ਆਪਣਾ ਮਾਈਕ ਲੈ ਕੇ, ਤੇ ਰਾਜ ਬਹਾਦਰ ਉਹਨਾਂ ਦੇ ਨਾਲ ਆਏ, ਇਕੱਠੇ ਆਏ ਆ। ਪੂਰੀ ਸਾਜ਼ਿਸ਼ ਬਣਾ ਕੇ ਆਏ ਆ ਵੀ ਇਹ ਵੀ ਅੱਜ ਕੰਮ ਸੁੱਕਾ ਨਹੀਂ ਪੈਣ ਦੇਣਾ। ਇਹ ਵਿੱਚ ਬਲੈਕਮੇਲਰ K9 ਬਲੈਕਮੇਲਰ ਆ, ਸੈਟਿੰਗਾਂ ਕਰਦੇ ਆ ਨਾਲ 2-3 ਜਣੇ ਇਹਨਾਂ ਨਾਲ ਰਲੇ ਹੋਏ ਆ। ਪਰ ਜਦੋਂ ਤੁਸੀਂ ਇਕੱਲੇ ਪਰਸਨਲ ਭਗਵਾਨ ਜੀ ਮੰਦਰ ਨੂੰ, SMO ਦਫ਼ਤਰ ਨੂੰ, SHO ਥਾਣਾ ਨੂਰ ਮਹਿਲ ਨੂੰ, ਜਾਂ ਦੁਕਾਨਦਾਰਾਂ ਨੂੰ, ਵਪਾਰੀਆਂ ਨੂੰ, ਲੀਡਰਾਂ ਨੂੰ, ਹਰੇਕ ਨੂੰ ਇਹਨੇ ਪੰਗਾ ਤਾਂ ਇੱਦਾਂ ਲਿਆ ਜੀ ਵੀ ਅਸੀਂ ਪ੍ਰੈਸ਼ਰ ਪਾ ਲਵਾਂਗੇ। ਪਰ ਅਸੀਂ ਤਾਂ ਇਹ ਚੀਜ਼ਾਂ ਆਮ ਹੀ ਆ, ਸਾਡਾ ਤਾਂ ਸ਼ੌਂਕ ਹੈ। ਤੁਸੀਂ ਉਹਨਾਂ ਨੇ ਗੱਲ ਕੀਤੀ ਸੀ ਪੱਤਰਕਾਰ ਨਾਲ ਬਦਤਮੀਜ਼ੀ ਹੋਈ ਆ, ਮਤਲਬ ਇਸ ਚੀਜ਼ ਨੂੰ ਤੁਸੀਂ ਸਿਰੇ ਤੋਂ ਨਕਾਰ ਰਹੇ ਹੋ ਵੀ ਹਾਂ ਵੀ ਕੋਈ ਇਹਦੇ ਵਿੱਚ ਨਹੀਂ ਹੋਈ? ਆਹੀ ਗੱਲ ਸੀ ਜਿਹੜੀ ਦੱਸੀ ਆ। ਮੈਂ ਰੇਡ ਕਰਾਇਆ, ਰਾਜੂ ਕਹਿੰਦਾ ਮੈਂ ਬ੍ਰਾਹਮਣ ਨਹੀਂ ਹੈਗਾ। ਜਦੋਂ ਉਹਨੇ ਕਿਹਾ ਰੇਡ ਨਹੀਂ ਕਰਾਇਆ, ਮੈਂ ਫਿਰ 2-4 ਗੱਲਾਂ ਉਹਨੂੰ ਪੁੱਠੀਆਂ ਸਿੱਧੀਆਂ ਕਹੀਆਂ ਆ। ਆਹੀ ਬਦਤਮੀਜ਼ੀ ਇੰਨੀ ਗੱਲਬਾਤ, ਜਦੋਂ ਗੱਲਾਂ ਚੱਲਦੀਆਂ ਗੱਲਾਂ ਦੇ ਵਿੱਚ ਤਾਂ ਗੱਲ ਆਹੀ ਹੋਈ ਹੋ ਸਕਦੀ ਆ, ਪਰ ਉਹਨੂੰ ਜੇ ਤੁਸੀਂ ਬਦਤਮੀਜ਼ੀ ਦਾ ਲੈਵਲ ਦੇ ਦੋਗੇ ਤਾਂ ਗੱਲ ਆ ਗਈ। ਮਿਸਰ ਜੀ ਕਹਿੰਦਾ ਤੁਸੀਂ ਵੱਡੇ ਪਰਸਲਾਮ ਦੇ ਸਾਲੇ ਬਣੇ ਫਿਰਦੇ ਆ। ਉਹ ਮੈਂ ਥਾਣੇ ਦਰਖਾਸਤ ਦਿੱਤੀ ਹੋਈ ਆ, ਜੇ ਸਾਡੀ ਥਾਣੇ ਨਾ ਸੁਣਵਾਈ ਹੋਈ SSP ਜਲੰਧਰ, ਤੁਹਾਨੂੰ ਪਹਿਲਾਂ ਵੀ ਦੱਸਿਆ, ਇਹਨਾਂ ਵਿਰੁੱਧ ਜੀ ਉੱਥੇ ਵੀ ਜਾਣਾ ਦਫ਼ਤਰ, ਉੱਥੇ ਵੀ ਕੰਪਲੇਂਟ ਦੇਣੀ ਇਹਨਾਂ ਵਿਰੁੱਧ ਵੀ ਚੈਨਲ ਦੇ ਆਪਣੇ ਦੱਸੋ ਪ੍ਰੂਫ ਕੀ ਆ, ਕਿਹੜੀ ਪੱਤਰਕਾਰੀ ਕਰਦੇ ਆ, ਕੀ ਕਰਦੇ ਆ, ਤੁਸੀਂ ਲੋਕਾਂ ਨੂੰ ਤੰਗ ਪਰੇਸ਼ਾਨ ਕਿਉਂ ਕਰਦੇ ਆ। ਸੰਦੀਪ ਜੀ, ਤੁਹਾਡੇ ਤੇ ਸਭ ਤੋਂ ਪਹਿਲਾਂ ਤਾਂ ਤੁਹਾਨੂੰ ਇੱਕ ਜਿਹੜੀ ਬ੍ਰਾਹਮਣ ਜਿਹੜੀ ਇੱਕ ਸਭਾ ਵੱਲੋਂ ਤੁਹਾਨੂੰ ਬ੍ਰਾਹਮਣ ਸਭਾ ਵਿੱਚੋਂ ਛੇਕ ਦਿੱਤਾ ਜਾਂਦਾ, ਵੀ ਤੁਹਾਨੂੰ ਉਹਦੇ ਵਿੱਚੋਂ ਬਾਹਰ ਕਰ ਦਿੱਤਾ ਜਾਂਦਾ। ਸਭ ਤੋਂ ਪਹਿਲਾਂ ਇਹਦੇ ਬਾਰੇ ਸਾਨੂੰ ਦੱਸੋ ਵੀ ਆਖਿਰਕਾਰ ਕੀ ਇਦਾਂ ਦਾ ਹੋ ਗਿਆ ਵੀ ਜਿਹਦੇ ਵਿੱਚ ਐਡਾ ਵੱਡਾ ਫੈਸਲਾ ਜਿਹੜਾ ਹੈਗਾ ਨੂਰ ਮਹਿਲ ਦੀ ਬ੍ਰਾਹਮਣ ਸਭਾ ਨੂੰ ਲੈਣਾ ਪੈ ਗਿਆ? ਪਹਿਲਾਂ ਤਾਂ ਗੁਰਪ੍ਰੀਤ ਜੀ, ਮੈਂ ਤੁਹਾਨੂੰ ਥੋੜ੍ਹਾ ਜਿਹਾ ਇਤਿਹਾਸ ਦੇ ਵਿੱਚ ਲਿਜਾਣਾ ਚਾਹੂੰਗਾ। ਸ਼੍ਰੀ ਬ੍ਰਾਹਮਣ ਸਭਾ ਨੂਰ ਮਹਿਲ ਦਾ ਗਠਨ ਇਹ 90 ਸਨ ਤੋਂ ਵੀ ਸ਼ਾਇਦ ਪਹਿਲਾਂ ਹੋਇਆ ਸੀ। ਮੈਂ ਕੋਈ 94-95 ਵਿੱਚ ਇਸ ਸਭਾ ਦੇ ਨਾਲ ਜੁੜਿਆ। ਜਦੋਂ 2001 ਦੇ ਵਿੱਚ ਮੈਂ ਵੀ ਤੁਹਾਨੂੰ ਦੱਸਦਾ, ਬ੍ਰਾਹਮਣ ਸਭਾ ਬਣਨ ਤੋਂ ਬਾਅਦ ਸਾਡੇ ਕੁਝ ਉਦੇਸ਼ ਸੀਗੇ ਵੀ ਬ੍ਰਾਹਮਣ ਸਮਾਜ 'ਚ ਜਿਹੜੇ ਕੁਝ ਲੋਕ ਥੱਲੇ ਆ, ਗਰੀਬ ਆ, ਅਸੀਂ ਉਹਨਾਂ ਦੀ ਹੈਲਪ ਕਿੱਦਾਂ ਕਰਨੀ ਆ ਬ੍ਰਾਹਮਣ ਸਭਾ ਦੇ ਨਾਤੇ। ਤੇ 2001 ਦੇ ਵਿੱਚ ਇੱਥੇ ਭਗਵਾਨ ਪਰਸ਼ੂਰਾਮ ਜੀ ਦੀ ਜਯੰਤੀ ਮਨਾਉਣ ਦਾ ਸ਼ੁਰੂਆਤ ਕਰਨ ਦਾ ਜਿਹੜਾ ਇੱਕ ਮਾਣ ਆ, ਉਹ ਵੀ ਇਸ ਦਾਸ ਨੂੰ ਮਿਲਿਆ ਸੀਗਾ। ਤੁਸੀਂ ਉਸ ਮੰਦਿਰ ਦੀ ਸਥਾਪਨਾ ਕਰਾਉਣ ਦੇ ਵਿੱਚ ਤੁਹਾਡਾ, ਤੁਸੀਂ ਆਪ ਦੱਸਿਆ ਵੀ ਉਹ 'ਚ ਤੁਹਾਡਾ ਯੋਗਦਾਨ ਰਿਹਾ ਆ ਜੀ। ਉਸ ਮੰਦਿਰ ਨੂੰ ਸਾਫ਼ ਕਰਾਉਣ ਤੋਂ ਲੈ ਕੇ ਉਸ ਮੰਦਿਰ ਨੂੰ ਵਿਕਸਿਤ ਕਰਨ ਤੱਕ, ਉਸ ਮੰਦਿਰ ਨੂੰ ਹੋਂਦ ਵਿੱਚ ਲੈ ਕੇ ਆਉਣ ਤੱਕ ਤੁਹਾਡਾ ਸਾਥ ਰਿਹਾ ਆ।
ਪਰ ਫਿਰ ਅੱਜ ਹੀ ਇਹ ਸਵਾਲ ਕਿਉਂ ਖੜੇ ਹੋ ਗਏ ਵੀ ਰਾਜ ਬਹਾਦਰ ਸੰਧੀਰ ਦੇ ਉੱਥੇ ਜਿਹੜੀ ਚੋਰੀ ਹੋ ਰਹੀ, ਬਿਜਲੀ ਚੋਰੀ ਆ, ਉਹਨੂੰ ਫੜਾਉਣ ਦੇ ਵਿੱਚ ਵੀ ਇਹਨਾਂ ਤੁਹਾਡਾ ਹੱਥ ਕਿਉਂ ਆ? ਦੇਖੋ, ਪਹਿਲੀ ਗੱਲ ਤਾਂ ਮੈਂ ਇਹ ਚਾਹੁੰਦਾ ਵੀ ਜਿਸ ਭਗਵਾਨ ਨੂੰ ਅਸੀਂ ਮੰਨਦੇ, ਭਗਵਾਨ ਪਰਸ਼ੂਰਾਮ ਨੂੰ, ਉਹ ਇੱਕ ਇਹੋ ਜਿਹਾ ਯੋਧਾ, ਤੇਜਸਵੀ ਯੋਧਾ ਸੀਗਾ ਜਿਸ ਨੇ ਦੱਬੇ ਕੁਚਲੇ ਲੋਕਾਂ ਦੀ ਲੜਾਈ ਲੜੀ ਔਰ ਇਕੱਲੇ ਨੇ ਯੋਧਾ ਬਣ ਕੇ ਲੜਾਈ ਲੜੀ। ਕੋਈ ਸੈਨਾ ਨਹੀਂ ਸੀ ਉਹਦੀ। ਉਸ ਵੇਲੇ ਦੇ ਅਤਿਆਚਾਰੀ ਜਿਹੜੇ ਲੋਕ ਸੀਗੇ ਉਹਨਾਂ ਦੇ ਖਿਲਾਫ ਉਹਨੇ ਇੱਕ ਯੁੱਧ ਲੜਿਆ ਜਿਸ 'ਚੋਂ ਹਮੇਸ਼ਾ ਵਿਜয়ੀ ਰਿਹਾ ਔਰ ਉਹਨੇ ਕਦੀ ਇਹ ਨਹੀਂ ਦੇਖਿਆ ਵੀ ਮੂਹਰੇ ਕੌਣ ਰਾਜਾ ਆ, ਕਿੰਨਾ ਸ਼ਕਤੀਸ਼ਾਲੀ ਆ, ਪਰ ਗਰੀਬ ਦੇ ਲਈ ਇੱਕ ਜਿਹੜੇ ਨਿਰਪਰਾਧ ਲੋਕ ਉਹਨਾਂ ਲਈ ਲੜਾਈ ਲੜੀ। ਇਸੇ ਤਰ੍ਹਾਂ ਸਾਨੂੰ ਉਹਨਾਂ ਤੋਂ ਸੇਧ ਲੈਣੀ ਚਾਹੀਦੀ ਆ ਵੀ ਅਸੀਂ ਕੀ ਕਰਨਾ। ਸ਼੍ਰੀ ਬ੍ਰਾਹਮਣ ਸਭਾ ਜਿਹੜੀ ਹੈਗੀ ਆ, ਉੱਥੇ ਸਿਰਫ ਸਾਡਾ ਮਕਸਦ ਇਹੀ ਨਹੀਂ ਵੀ ਸਮੇਂ 'ਤੇ ਕੀਰਤਨ ਕਰੋ ਜਾਂ ਅਸੀਂ ਲੰਗਰ ਲਾਈਏ, ਪਰ ਸਾਡਾ ਉਹਦੇ ਨਾਲ ਆ ਵੀ ਅਸੀਂ ਆਪਣੇ ਸਮਾਜ ਦਾ ਭਲਾ ਕਿੱਦਾਂ ਕਰੀਏ, ਆਪਣੇ ਉਸ ਸਮਾਜ ਦੇ ਨਾਲ ਨਾਲ ਬਾਕੀ ਸਮਾਜ ਦਾ ਵੀ ਕਿੱਦਾਂ ਭਲਾ ਕਰੀਏ, ਕਿਉਂਕਿ ਬ੍ਰਾਹਮਣਾਂ ਨੂੰ ਇੱਕ ਮੁੱਖ ਮੰਨਿਆ ਗਿਆ ਪੂਰੇ ਸਮਾਜ ਦੇ ਵਿੱਚ। ਸਾਡੀਆਂ ਜ਼ਿੰਮੇਵਾਰੀਆਂ ਬਹੁਤ ਨੇ, ਸਾਡੀਆਂ ਜ਼ਿੰਮੇਵਾਰੀਆਂ ਬਹੁਤ ਜ਼ਿਆਦਾ। ਇਸ ਕਰਕੇ ਜਦੋਂ ਉੱਥੇ ਇਦਾਂ ਦੇ ਕੁਝ ਕੰਮ ਲੱਗੇ ਤਾਂ ਮੈਂ ਆਪਣੇ ਆਪ ਨੂੰ ਸੋਚਿਆ ਵੀ ਮੈਂ ਆਪਣੇ ਨੂੰ ਪਿੱਛੇ ਕਰ ਲਵਾਂ। ਸਿਰਫ ਮੈਂ ਅਜੇ ਸ਼ਰਧਾਲੂ ਕਦੀ ਉੱਥੇ ਜਾਂਦਾ, ਕਦੀ ਵੀ ਆਮ ਤੁਸੀਂ ਪੁੱਛ ਲਓ ਜਿੰਨੇ ਮੈਂ ਨਾਂ ਲਏ, ਸ਼ਾਮ ਲਾਲ ਜੀ, ਰਮੇਸ਼ ਜੀ, ਪੰਡਤ ਖਿਆਤੀ ਰਾਮ ਜੀ। ਚਲੋ ਇਹ ਤਾਂ ਤੁਹਾਡੀ ਤੀਜੀ ਰਾਏ ਹੋ ਗਈ ਨਾ ਵੀ ਸ਼ਰਧਾਲੂ ਕਰਕੇ ਤੁਸੀਂ ਉੱਥੇ ਜਾਂਦੇ ਹੋ, ਪਰ ਆਖਿਰਕਾਰ ਜਿਹੜਾ ਇਲਜ਼ਾਮ ਲੱਗੇ ਨੇ, ਇਹ ਇਲਜ਼ਾਮ ਕਿਉਂ ਲੱਗੇ ਤੁਹਾਡੇ ਤੇ ਵੀ ਤੁਸੀਂ ਤਾਰਾਂ ਫੜਵਾਈਆਂ ਨੇ, ਉੱਥੇ ਦੀਆਂ ਚੋਰੀ ਜਿਹੜੀ ਹੋਈ ਆ ਉਹ ਤੁਸੀਂ ਫੜਵਾਈ ਹੈ? ਦੇਖੋ, ਇਹ ਜੋ ਕੁਝ ਉੱਥੇ ਰਾਜਨੀਤੀ ਹੋ ਰਹੀ ਆ, ਜੋ ਸ਼ਹਿਰ 'ਚ ਸਿਆਸਤ ਪਿੱਛੇ ਤੁਸੀਂ ਦੇਖ ਰਹੇ ਆ, ਜਦੋਂ ਉੱਥੇ ਦੇ ਕੁਝ ਮੋਹਰੀ ਲੋਕ ਜਿਹੜੇ ਆ, ਕਰਤਾ ਧਰਤਾ ਲੋਕ, ਦੂਜੇ ਮੰਦਰਾਂ ਦੇ ਖਿਲਾਫ, ਦੂਜੇ ਸਮਾਜਿਕ ਸੰਸਥਾਵਾਂ ਦੇ ਖਿਲਾਫ ਉਹ ਕੰਮ ਕਰਦੇ ਨੇ, ਤਾਂ ਇਹ ਜਿਹੜਾ ਇਲਜ਼ਾਮ ਮੇਰੇ 'ਤੇ ਲਾਉਣਾ, ਕਿਉਂਕਿ ਮੈਂ ਇੱਕ ਆਮ ਸਧਾਰਨ ਬੰਦਾ ਔਰ ਮੈਂ ਇੱਕ ਪੱਤਰਕਾਰ ਪੇਸ਼ੇ ਤੋਂ ਹਾਂ। ਮੈਂ ਜਿਹੜਾ ਉਦਣ ਉੱਥੇ ਤੁਸੀਂ ਕਹਿੰਦੇ ਆ ਵੀ ਜਿਹੜਾ ਉੱਥੇ ਛਾਪਾ ਪਿਆ, ਮੈਂ ਤੁਹਾਨੂੰ ਸੱਚ ਦੱਸਦਾ, ਉੱਥੇ ਅੱਜ ਤੋਂ 7-8 ਮਹੀਨੇ ਪਹਿਲਾਂ ਵੀ ਛਾਪਾ ਇੱਕ ਪਿਆ ਸੀ, ਜਿਹੜਾ ਕਿ ਉਦੋਂ ਦੇ ਵੀ ਇਲਜ਼ਾਮ ਥੋੜੇ ਦੇ ਲੱਗਿਆ ਹੋਇਆ ਹੈ। ਉਹ ਵੀ ਕਹਿੰਦੇ ਵੀ ਤੁਸੀਂ ਕਰਾਇਆ। ਮੈਂ ਦੱਸਦਾ ਜੀ, ਤੁਸੀਂ ਸਹੀ ਕਹਿੰਦੇ ਹੋ। ਜਦੋਂ ਉਦੋਂ ਛਾਪਾ ਪਿਆ ਮੈਨੂੰ ਕੁਝ ਨਹੀਂ ਸੀ ਪਤਾ। ਛਾਪੇ ਪੈਣ ਤੋਂ 2 ਜਾਂ 3 ਦਿਨ ਬਾਅਦ ਮੇਰੇ ਕੋਲ ਸਾਡੇ ਆਦਰਨੀय ਪੰਡਤ ਨੱਥੂ ਰਾਮ ਜੀ ਆ, ਸਾਡੇ ਫਾਊਂਡਰ ਹੈਗੇ ਆ, ਉਹ ਮਤਲਬ ਕਿ ਜਿਨ੍ਹਾਂ ਨੂੰ ਸਰਪ੍ਰਸਤ ਕਹਿੰਦੇ ਆ, ਉਹਨਾਂ ਨੇ ਮੈਨੂੰ ਆ ਕੇ ਡਾਂਟਿਆ ਵੀ ਕਾਕਾ ਤੂੰ ਗਲਤ ਕੰਮ ਕਰਦਾ। ਮੈਂ ਉਹਨਾਂ ਕੋਲ ਪੁੱਛੀ, ਸਾਰੀ ਜਾਣਕਾਰੀ ਲਈ, ਫਿਰ ਮੈਂ ਸਾਡੇ ਹੁਣ ਦੇ ਜਿਹੜੇ ਮੌਜੂਦਾ ਪ੍ਰਧਾਨ ਆ ਰਾਜੀਵ ਮਿਸਰ ਜੀ ਕੋਲ ਗਿਆ। ਮੈਂ ਉਹਨੂੰ ਆਪਣੀ ਸਫਾਈ ਪੇਸ਼ ਕੀਤੀ ਵੀ ਮੈਂ ਕਿਸੇ ਵੀ ਤਰ੍ਹਾਂ 'ਚ ਇਨਵੋਲਵ ਨਹੀਂ, ਜਿਨ੍ਹਾਂ ਨੇ ਵੀ ਕੀਤਾ ਤੁਸੀਂ ਉਹਨਾਂ ਨੂੰ ਕਲਪ੍ਰਿਟਸ ਨੂੰ ਸਾਹਮਣੇ ਲਿਆਓ, ਜਿੱਥੇ ਮੇਰੀ ਲੋੜ ਆ ਮੈਂ ਨਾਲ ਆ ਤੁਹਾਡੇ। ਪਰ ਉਹ ਕਲਪ੍ਰਿਟਸ ਕਿੱਦਾਂ ਵੀ ਇੱਕ ਆਸਾਨ ਟਾਰਗੇਟ ਕਰਕੇ ਤੁਸੀਂ ਕਿਸੇ ਨੂੰ ਕਰ ਦੇਣਾ ਬੜਾ ਆਸਾਨ ਆ, ਉਹਨੂੰ ਸਾਬਤ ਵੀ ਕਰੋ। ਉਦੋਂ ਵੀ ਨਹੀਂ ਹੋਇਆ ਸਾਬਤ, ਕੋਈ ਇਹਨਾਂ ਨੇ ਕੀਤਾ, ਉਹ ਗੱਲ ਖਤਮ ਹੋ ਗਈ। ਉਸ ਤੋਂ ਬਾਅਦ ਕਿਉਂਕਿ ਸ਼ਹਿਰ 'ਚ ਇੱਕ ਨਾ ਗਰੁੱਪ ਇਹੋ ਜਿਹਾ ਬਣਿਆ ਹੋਇਆ ਇਹ ਲੱਗਾ ਇਸ ਤਰ੍ਹਾਂ ਕੁਝ ਲੋਕਾਂ ਦਾ, ਜਿਹੜੇ ਕਿ ਚਾਹੁੰਦੇ ਨਹੀਂ ਹੈਗੇ ਕਿ ਨੈਕਸਸ ਕਹਿ ਸਕਦਾ ਮੈਂ, ਉਹ ਚਾਹੁੰਦੇ ਨੇ ਵੀ ਸਾਡੇ 'ਚ ਕੋਈ ਹੋਰ ਬੰਦਾ ਆਵੇ, ਇੱਕ ਆਮ ਬੰਦਾ ਆਵੇ, ਕਿਉਂਕਿ ਜਿਹੜਾ ਪੱਤਰਕਾਰ ਦਾ ਇੱਕ ਜੀਵਨ ਹੁੰਦਾ ਨਾ, ਤੁਸੀਂ ਵੀ ਪੱਤਰਕਾਰ ਹੋ। ਨੈਕਸਸ ਦੀ ਗੱਲ ਕਰਦੇ, ਨੈਕਸਸ ਤਾਂ ਇੱਥੇ ਮੈਨੂੰ ਲੱਗਦਾ ਪੱਤਰਕਾਰਾਂ ਦੇ ਵਿੱਚ ਵੀ ਇੱਕ ਨੈਕਸਸ ਬਣਿਆ ਹੋਇਆ ਆ। ਉਹ ਕਹਿੰਦਾ ਮੈਂ ਉੱਪਰ ਆ, ਉਹ ਕਹਿੰਦਾ ਮੈਂ ਉੱਪਰ ਆ। ਜੇ ਗੱਲ ਕਰਦੇ ਉਦੋਂ ਜਿਹੜੀ ਇੱਧਰ ਤਾਰ ਫੜੀ ਗਈ ਆ, ਉਦੋਂ ਜੇਕਰ ਗੱਲ ਪੱਤਰਕਾਰਾਂ ਦੀ, ਉੱਥੇ ਪੱਤਰਕਾਰ ਪਹੁੰਚਦੇ ਨੇ, ਬਾਕੀਆਂ ਨੂੰ ਪੱਤਰਕਾਰਾਂ ਨੂੰ ਕਿਉਂ ਨਹੀਂ ਪਤਾ ਲੱਗਾ ਵੀ ਉਹ ਵੀ ਤਾਂ ਪੱਤਰਕਾਰ ਉੱਥੇ ਪਹੁੰਚ ਸਕਦੇ ਸੀ? ਅਸਲ 'ਚ ਉਹ ਗੱਲ ਕੀ ਸੀ ਕਿ ਪਲਾਨ ਸਭ ਕੁਝ ਸੀਗਾ ਉਹ? ਨਹੀਂ, ਮੈਂ ਤੁਹਾਨੂੰ ਦੱਸਦਾ ਜੀ, ਮੈਨੂੰ ਜਦੋਂ ਇੱਕ ਪੱਤਰਕਾਰ ਸਾਥੀ ਦਾ ਫੋਨ ਆਇਆ ਵੀ ਤੁਹਾਡੇ ਇੱਕ ਮੰਦਿਰ ਦੇ ਵਿੱਚ ਬਿਜਲੀ ਦੀ ਰੇਡ ਪਈ ਹੈ, ਮੈਂ ਸ਼ਹਿਰ 'ਚ ਹੋਰ ਵੀ ਕਿਸੇ ਮੰਦਰਾਂ ਨਾਲ ਜੁੜਿਆ ਹੋਇਆ, ਮੈਨੂੰ ਇਹ ਲੱਗਿਆ ਵੀ ਮੈਨੂੰ ਆਪਣੇ ਆਪ 'ਤੇ ਥੋੜ੍ਹੀ ਇੱਕ ਉਦੋਂ ਮਹਿਸੂਸ ਹੋਇਆ ਵੀ ਜਦ ਪਿਛਲੀ ਵਾਰੀ ਮੈਂ ਕੁਝ ਵੀ ਨਹੀਂ ਕੀਤਾ ਤਾਂ ਮੈਨੂੰ ਅਪਰਾਧੀ ਬਣਾ ਦਿੱਤਾ ਗਿਆ, ਵੀ ਕਿਉਂ ਨਾ ਇਸ ਵਾਰੀ ਮੈਂ ਮੌਕੇ 'ਤੇ ਤਾਂ ਖੜਾ ਹੋਵਾਂ ਜਾ ਕੇ ਵੀ ਉੱਥੇ ਕੀ ਸੀਨ ਕੀ ਆ। ਮੈਂ ਉੱਥੇ ਗੁਰਪ੍ਰੀਤ ਜੀ ਗਿਆ, ਉੱਥੇ ਅਫਸਰ ਖੜੇ ਸਾਰੇ, ਅਫਸਰਾਂ ਨੇ ਮਤਲਬ ਉਹ ਸਾਡੇ ਪ੍ਰਧਾਨ ਜੀ ਨੇ ਨਾਲ ਇੱਕ ਗੌਤਮ ਸ਼ਰਮਾ ਜੀ ਸੀਗੇ, ਉਹਨਾਂ ਨੂੰ ਸਮਝਾ ਰਹੇ ਸੀ ਵੀ ਤੁਸੀਂ ਇਸ ਤਰ੍ਹਾਂ ਨਾ ਕਰੋ। ਅਤੇ ਮੈਂ ਵੀ ਕਿਹਾ ਵੀ ਕੋਈ ਨਹੀਂ ਜਨਾਬ, ਵੀ ਇਹ ਕੰਮ ਜਿਹੜਾ ਹੈਗਾ ਵੀ ਅਸੀਂ ਜਿਹੜੀ ਫਾਈਲ ਤੁਸੀਂ ਕਹਿੰਦੇ ਜਲਦੀ ਦੇ ਦੇਣਗੇ। ਮੈਂ ਉਹਨਾਂ ਦਾ ਨੰਬਰ ਲੈਣ ਦਾ ਕਿਹਾ। ਇਸੇ ਦੌਰਾਨ ਜਿਹੜੇ ਆਪਣੇ ਮਨਮੋਹਨ ਸ਼ਰਮਾ ਜੀ ਗੌਤਮ XMC ਆ, ਉਹ ਮੇਰੇ 'ਤੇ ਭੜਕ ਪਏ, ਬਹੁਤ ਅਪਸ਼ਬਦ ਬੋਲੇ ਉਹਨਾਂ ਨੇ, ਮੈਨੂੰ ਧਮਕਾਇਆ ਵੀ ਤੂੰ ਦੇਖ ਕਿੱਦਾਂ ਲਾਉਣਾ ਖਬਰ। ਉਹਦੇ ਨਾਲ ਇੱਕ ਚੇਤਨ ਤਿਵਾੜੀ ਜੀ ਆ, ਬਜਰੰਗ ਦਲ ਦੇ ਨਾਲ ਸੰਬੰਧਿਤ ਨੇ, ਉਹਨਾਂ ਨੇ ਵੀ ਜਿਹੜਾ ਹੈਗਾ ਉੱਥੇ ਕਿਹਾ ਵੀ ਤੈਨੂੰ ਕਿੱਦਾਂ ਅੰਦਰ ਤੂੰ ਕਿੱਦਾਂ ਮੰਦਰ ਅੰਦਰ ਆ ਗਿਆ। ਅਤੇ ਮੈਂ ਉਹਨਾਂ ਨੂੰ ਕਿਹਾ ਜੀ ਮੈਂ ਇੱਕ ਆਮ ਸ਼ਰਧਾਲੂ ਵੀ ਹਾਂ। ਕਹਿੰਦੇ ਨਹੀਂ ਜੀ ਤੁਹਾਨੂੰ ਨਹੀਂ ਆਉਣਾ, ਗਲਤ ਆ। ਚਲੋ ਮੈਂ ਕਿਹਾ ਫਿਰ ਮੈਂ ਅੱਜ ਪੱਤਰਕਾਰ ਹੀ ਸਹੀ, ਮੈਂ ਅੱਜ ਉਸ ਤਰੀਕੇ ਨਾਲ ਆ ਗਿਆ, ਠੀਕ ਹੈ ਨਾ। ਉਹ ਮੰਦਰ ਸਭ ਦਾ ਸਾਂਝਾ, ਭਗਵਾਨ ਪਰਸ਼ੂਰਾਮ ਇਕੱਲੇ, ਜੇ ਮੈਂ ਕਹਾਂ ਇਕੱਲੇ ਬ੍ਰਾਹਮਣਾਂ ਦੇ ਵੀ ਨਹੀਂ, ਉਹ ਸਾਰੇ ਹੀ ਸਮਾਜ ਦੇ ਨੇ, ਸਾਰਿਆਂ ਦੇ ਨੇ। ਮੰਦਰ ਗੁਰਦੁਆਰੇ ਸਭ ਦੇ ਸਾਂਝੇ ਹੁੰਦੇ ਆ।
ਔਰ ਇਸ ਤਰ੍ਹਾਂ ਕਿਸੇ ਨੂੰ ਜਾਣਬੁੱਝ ਕੇ ਰੋਕਣਾ ਜਿਹੜਾ ਉਹ ਬਹੁਤ ਮਾੜੀ ਗੱਲ ਸੀ। ਮੇਰੀ ਬਹੁਤ ਬੇਇੱਜ਼ਤੀ ਕੀਤੀ ਗਈ, ਬਹੁਤ ਜ਼ਿਆਦਾ ਇਨਸਲਟ ਕੀਤੀ ਗਈ। ਮੈਨੂੰ ਉਹ ਇਨਸਲਟ ਤੋਂ ਮੈਨੂੰ ਆਪਣੇ ਆਪ 'ਚ ਗਲਾਨੀ ਮਹਿਸੂਸ ਹੋਈ ਔਰ ਮੈਨੂੰ ਆ ਪਿਛਲੇ 3 ਦਿਨ ਤੋਂ ਜੋ ਮੇਰੀ ਔਰ ਮੇਰੇ ਪਰਿਵਾਰ ਦੇ ਬਾਰੇ 'ਚ ਸ਼ਹਿਰ 'ਚ ਫੈਲਾ ਰਹੇ ਨੇ, ਮੇਰੇ 'ਚ ਆਪਣੇ ਆਪ ਇੰਨੀ ਗਲਾਨੀ ਮਹਿਸੂਸ ਹੋ ਰਹੀ ਹੈ। ਬਿਨਾਂ ਵਜ੍ਹਾ ਤੋਂ ਮੇਰਾ ਦੁਸ਼ਪ੍ਰਚਾਰ, ਭੰਡੀ ਪ੍ਰਚਾਰ ਕਰਦੇ ਆ ਵੀ ਇਸ ਤਰ੍ਹਾਂ ਦਾ ਮੇਰੇ ਨਾਲ ਬਿਹੇਵ ਕਿਉਂ। ਕੱਲ੍ਹ ਨੂੰ ਮੈਂ ਦੇਖੋ ਮੈਨੂੰ ਇਹ ਕੁਛ ਕਰਦੇ ਨੇ ਜਾਂ ਮੈਂ ਕੋਈ ਕਦਮ ਚੱਕਦਾ ਹੈਗਾ, ਉਹਦੀ ਜ਼ਿੰਮੇਵਾਰੀ ਇਹਨਾਂ ਲੋਕਾਂ ਦੀ ਹੋਊਗੀ। ਤੁਸੀਂ ਬਿਨਾਂ ਕਿਸੇ ਨੂੰ ਸਾਬਤ ਕੀਤੇ ਤੋਂ ਮੁਲਜ਼ਮ ਕਿੱਦਾਂ ਠਹਿਰਾ ਦਿਓਗੇ, ਜਦ ਕਿ ਮੈਂ ਉੱਥੇ ਦਾ ਨੂਰ ਮਹਿਲ ਦੇ ਵਿੱਚ ਕਈਆਂ ਜਗ੍ਹਾ ਤੇ ਕੁਝ ਗਲਤ ਵੀ ਹਮੇਸ਼ਾ ਕਿਤੇ ਨਾ ਕਿਤੇ ਗਲਤ ਹੁੰਦਾ ਹੀ ਹੈ। ਕਿਤੇ ਮੰਦਰਾਂ ਤੇ ਲਾ ਲਓ, ਕਿਸੇ ਹੋਰ ਜਗ੍ਹਾ ਤੇ ਲਾ ਲਓ, ਕਿਸੇ ਥਾਣੇ ਵਿੱਚ ਵੀ ਲਾ ਲਓ। ਆ ਪਿਛਲੇ ਦਿਨੀ ਹਸਪੀਟਲ ਦੀ ਗੱਲ ਕਰ ਲਈਏ, ਹਸਪੀਟਲ ਦੇ ਵਿੱਚ ਜਾ ਕੇ ਪੱਤਰਕਾਰਾਂ ਦੀ ਜਿਹੜੀ ਗੱਲਬਾਤ ਹੋ ਜਾਂਦੀ ਆ। ਇੱਕ ਇਹਨਾਂ ਦਾ ਇਹ ਵੀ ਕਹਿਣਾ ਵੀ ਤੁਸੀਂ K9 ਚੈਨਲ ਦੇ ਨਾਲ ਮਿਲ ਕੇ ਇੱਕ ਨੈਕਸਸ ਬਣਾਇਆ ਹੋਇਆ ਆ ਤੇ ਲੋਕਾਂ ਨੂੰ ਗੁੰਮਰਾਹ ਕਰ ਰਹੇ ਹੋ। ਕੀ ਕਹੋਗੇ ਇਹਦੇ ਬਾਰੇ? ਦੇਖੋ ਪੱਤਰਕਾਰ ਅਲੱਗ-ਅਲੱਗ ਚੈਨਲ, ਤੁਹਾਡਾ ਆਪਣਾ ਚੈਨਲ ਹੈ, ਮੇਰਾ ਤੁਹਾਡਾ ਵੀ ਕੋਈ ਵਿਰੋਧ ਨਹੀਂ। ਜਦੋਂ ਤੁਸੀਂ ਕਿਤੇ ਮੈਨੂੰ ਆਵਾਜ਼ ਮਾਰਦੇ ਹੋ ਮੈਂ ਤੁਹਾਡੇ ਨਾਲ ਵੀ ਖੜਾ ਹੁੰਦਾ, ਮੈਂ ਤੁਹਾਡੇ ਨਾਲ ਵੀ ਖੜਾ ਹੁੰਦਾ। ਹਾਂ, ਉੱਥੇ ਕਿਸੇ ਪੱਤਰਕਾਰ ਨੇ ਹੱਕ ਸੱਚ ਦੀ ਲੋਕਾਂ ਦੀ ਗੱਲ ਜੇ ਕੀਤੀ, ਉਹ ਕਿਸੇ ਨਾਲ ਵੀ ਸੰਬੰਧਿਤ ਹੋਵੇ, ਮੈਂ ਵੈਸੇ ਵੀ ਤੁਹਾਡੇ ਕੋਲ ਮੇਰੇ ਕੋਲ ਰਿਕਾਰਡ ਪਿਆ, ਮੈਂ ਅੱਗੇ ਵੀ ਚਿੱਠੀਆਂ ਲਿਖਦਾ ਰਹਿਣਾ, ਅੱਗੇ ਵੀ ਇਸ ਤਰ੍ਹਾਂ ਦੇ ਕੰਮਾਂ ਲਈ ਮੈਂ ਆਵਾਜ਼ ਬੁਲੰਦ ਕਰਦਾ ਰਹਿਣਾ। ਇੱਕ ਇਹਨਾਂ ਦਾ ਇਹ ਵੀ ਇਲਜ਼ਾਮ ਸੀਗਾ ਵੀ ਜਦੋਂ ਜਿਹੜੇ ਮੁਲਾਜ਼ਮ ਜਿਹੜੇ ਛਾਪਾ ਮਾਰ ਕੇ ਗਏ ਨੇ, ਉਹਨਾਂ ਵੱਲੋਂ ਕਿਹਾ ਗਿਆ ਵੀ ਤੁਸੀਂ ਬਹੁਤ ਮੇਲਾਂ ਪਾਈਆਂ ਨੇ, ਤੁਸੀਂ ਬਹੁਤ ਫੋਨ ਕੀਤੇ ਨੇ ਵੀ ਛਾਪਾ ਮਾਰੋ ਛਾਪਾ ਮਾਰੋ। ਇਹਦੇ ਬਾਰੇ ਕੀ ਸੱਚਾਈ ਹੈ? ਸੁਣੋ, ਮੇਲ ਦੇ ਬਾਰੇ 'ਚ ਤਾਂ ਤੁਹਾਨੂੰ ਇੱਕ ਸਿੱਧਾ ਹੀ ਦੱਸ ਦੇਵਾਂ, ਮੇਲ ਦੇ ਬਾਰੇ 'ਚ ਅੱਜ ਕੋਈ ਲੁਕੀ ਛਿਪੀ ਗੱਲ ਨਹੀਂ। ਮੇਰੀ ਮੇਲ ਦੀ ID ਉਹ ਮੇਰੀ ਹੈ। ਜੇ ਮੇਰੀ ਮੇਲ ਤੋਂ ਕੋਈ ਪਿਆ ਹੋਊਗਾ ਤਾਂ ਫਿਰ ਜ਼ਰੂਰ ਸਾਹਮਣੇ ਆਊਗਾ, ਕਿਉਂ ਨਹੀਂ ਆਊਗਾ। ਤੁਸੀਂ ਮੈਨੂੰ ਇਹ ਗੱਲ ਦੱਸੋ, ਨੂਰ ਮਹਿਲ ਦੇ ਉਸ ਮੰਦਿਰ ਦੀ ਗੱਲ ਕਰੀਏ, ਉਸ ਮੰਦਿਰ 'ਚ ਪਿਛਲੇ ਲਾਕਡਾਊਨ ਤੋਂ ਲੈ ਕੇ ਹੁਣ ਤੱਕ ਕਾਫੀ ਲੰਗਰ ਚੱਲਦੇ ਆਏ ਨੇ, ਕੁਛ ਚੰਗਾ ਕੀਤਾ ਗਿਆ। ਕਿਤੇ ਲੱਗਦਾ ਨਹੀਂ ਵੀ ਜੇ ਉਹ ਇੰਨਾ ਚੰਗਾ ਕਰ ਰਹੇ ਸੀ ਤੇ ਇੱਥੇ ਇਹ ਇੱਕ ਛੋਟੀ ਜਿਹੀ ਗਲਤੀ ਨੂੰ ਮਾਫ ਕਰ ਦੇਣਾ ਚਾਹੀਦਾ ਸੀ? ਦੇਖੋ ਮੇਰੀ ਗੱਲ ਸੁਣੋ, ਮੈਂ ਭਗਵਾਨ ਨਹੀਂ ਹੈਗਾ, ਨਾ ਮੈਂ ਗਲਤੀ ਨੂੰ ਗਲਤ ਕਹਿ ਸਕਦਾ। ਜੋ ਉੱਥੇ ਹੋਇਆ, ਕਿਹਨੇ ਸ਼ਿਕਾਇਤ ਕੀਤੀ, ਚੋਰੀ ਕਿਉਂ ਹੋ ਰਹੀ ਸੀ, ਸਾਨੂੰ ਸਾਡਾ ਜਿਹੜਾ ਸਨਾਤਨ ਧਰਮ ਸਿਖਾਲਦਾ ਵੀ ਅਸੀਂ ਚੋਰੀ ਦੇ ਨਾਲ ਕੋਈ ਦਾਨ ਪੁੰਨ ਵੀ ਨਹੀਂ ਕਰ ਸਕਦੇ, ਉਹ ਵੀ ਨਹੀਂ ਲੱਗਦਾ। ਸਾਰੇ ਗ੍ਰੰਥਾਂ 'ਚ ਲਿਖਿਆ। ਉੱਥੇ ਅੰਨਪੂਰਨਾ ਰਸੋਈ ਚੱਲਦੀ ਹੈ। ਬ੍ਰਾਹਮਣ ਸਭਾ ਦਾ ਕੰਮ ਤਾਂ ਸਾਲ 'ਚ 2 ਜਾਂ 3 ਦਿਨ ਦਾ ਹੁੰਦਾ। ਇੱਕ ਪਰਸ਼ੂਰਾਮ ਜਯੰਤੀ ਮਨਾਈ ਜਾਂਦੀ ਹੈ, ਇੱਕ ਕਈ ਵਾਰੀ ਸ਼ਨੀ ਮੰਦਰ ਉਹਦੀ ਜਯੰਤੀ ਮਨਾਈ ਜਾਂਦੀ। ਬਾਕੀ ਜ਼ਿਆਦਾਤਰ ਉੱਥੇ ਜਿਹੜਾ ਕੰਮ ਹੈਗਾ ਉਹ ਆਪਣੇ ਜਿਹੜਾ ਵਿਸ਼ਵ ਹਿੰਦੂ ਪ੍ਰੀਸ਼ਦ, ਬਜਰੰਗ ਦਲ ਦੇ ਕਾਰਜਕਰਤਾ ਜਿਹੜੇ ਹੈਗੇ ਆ, ਉੱਥੇ ਅੰਨਪੂਰਨਾ ਰਸੋਈ ਚਲਾਉਂਦੇ ਨੇ, ਉੱਥੇ ਹੋਰ ਵੀ ਕੰਮ ਕਰਦੇ ਨੇ, ਉਹ ਸਾਰਾ ਕੁਝ ਕਰਦੇ ਨੇ। ਮੇਰਾ ਅੱਜ ਦਾ ਨਹੀਂ ਜੀ, ਆ ਦੇਖੋ ਕੁਝ ਮੂਵਮੈਂਟ ਇੱਦਾਂ ਦੀਆਂ ਜਿਹੜੀਆਂ ਉਹਦੇ ਵਿੱਚ ਮੈਂ ਭਾਗ ਲਿਆ। ਉਹ ਦੇਖੋ ਮੈਂ ਇੱਕ ਸਧਾਰਨ ਬੰਦਾ, ਮੇਰੇ ਕੋਲ ਪੈਸਾ ਨਹੀਂ ਬਹੁਤਾ ਹੈਗਾ, ਮੈਨੂੰ ਇੱਕ ਸ਼ੌਕ ਆ। ਆ ਦੇਖੋ ਆ ਵੀ ਮੇਰੀਆਂ ਇੱਦਾਂ ਦੀਆਂ ਖਬਰਾਂ ਵੀ ਲੱਗੀਆਂ ਹੋਈਆਂ। ਕੋਈ ਮੈਂ ਦੇਖੋ ਮੇਰੇ ਜਿਹੜੀਆਂ ਹੈਗੀਆਂ ਉਹ ਹੈਗੇ ਨੇ, ਪਰ ਇਸ ਟਾਈਮ ਹੁਣ ਦੀ ਗੱਲ, ਕਿਉਂਕਿ ਤੁਸੀਂ 2002 ਦੀ ਗੱਲ ਕੀਤੀ ਆ, ਉਸ ਟਾਈਮ ਤੁਹਾਡਾ ਜਿਹੜਾ ਰਸੂਖ ਸੀਗਾ ਨੂਰ ਮਹਿਲ ਵਿੱਚ ਕੁਛ ਹੋਰ ਸੀ, ਪਰ ਅੱਜ ਦੇ ਟਾਈਮ ਦੇ ਵਿੱਚ ਤੁਸੀਂ ਇੱਕ ਪਾਸੇ ਇਕੱਲਾ ਤੁਹਾਨੂੰ ਖੜਾ ਕਰ ਦਿੱਤਾ ਗਿਆ ਵੀ ਤੁਸੀਂ ਇੱਕ ਪਾਸੇ ਤੁਹਾਨੂੰ ਅੱਡ ਕਰਤਾ। ਕਿਤੇ ਲੱਗਦਾ ਵੀ ਕਿਤੇ ਨਾ ਕਿਤੇ ਗਲਤੀ ਹੋਈ ਹੈ ਇਸ ਚੀਜ਼ ਦੀ? ਮੈਂ ਦੱਸਦਾ ਜੀ, ਮੈਂ ਚਾਹੂੰਗਾ ਬ੍ਰਾਹਮਣ ਸਭਾ ਦੀ ਜਨਰਲ ਮੀਟਿੰਗ ਹੋਣੀ ਚਾਹੀਦੀ ਆ। ਜਿਹੜੇ ਇਹਦੇ ਫਾਊਂਡਰ ਮੈਂਬਰ ਨੇ, ਜਿਹੜੇ ਮੈਂ ਤੁਹਾਨੂੰ ਗਿਣਾਏ ਨੇ, ਮਾਨਯੋਗ ਨੱਥੂ ਰਾਮ ਜੀ, ਸ਼੍ਰੀ ਓਮ ਪ੍ਰਕਾਸ਼ ਕੁੰਦੀ ਜੀ, ਪੰਡਤ ਖੈਤੀ ਰਾਮ ਜੀ, ਸ਼ਾਮ ਲਾਲ ਭੱਟ ਜੀ, ਪਾਠਕ ਜੀ ਔਰ ਕਿਸ਼ਨ ਸੰਧੀਰ ਜੀ, ਇਸ ਤਰ੍ਹਾਂ ਕਰਕੇ ਕਾਫੀ ਸਾਡੇ ਬਜ਼ੁਰਗ ਨੇ। ਹੁਣ ਅੱਜ ਕੱਲ੍ਹ ਇਹਨਾਂ ਵਿੱਚੋਂ ਕਿੰਨੇ ਲੋਕ ਜਿਹੜੇ ਹੈਗੇ ਆ ਜੀਂਦੇ ਨੇ ਤੇ ਕਿੰਨੇ ਲੋਕ ਜਿਹੜੇ ਸਵਰਗ ਸਵਾਰ ਗਏ ਨੇ? ਮੇਰੇ ਖਿਆਲ ਨਾਲ ਜਿਹੜੇ ਮੈਂ ਹੁਣ ਨਾਂ ਲਏ ਸਾਰੇ ਇਸ ਵੇਲੇ ਪਰਮਾਤਮਾ ਦੀ ਕਿਰਪਾ ਹੈ। ਇਹਨਾਂ ਨੂੰ ਕਿਵੇਂ ਬੁਲਾਇਆ ਜਾ ਸਕਦਾ ਤੇ ਕਿਵੇਂ ਉਹ ਮੀਟਿੰਗ ਕੀਤੀ ਜਾ ਸਕਦੀ ਬੁਲਾ ਕੇ? ਇਹਦੇ ਲਈ ਦੇਖੋ ਜਿਹੜੇ ਮੌਜੂਦਾ ਪ੍ਰਧਾਨ ਨੇ ਜਾਂ ਕਮੇਟੀ ਹੁੰਦੀ ਹੈਗੀ ਆ, ਇਹ ਉਹਨਾਂ ਨੇ ਦੇਖਣਾ ਵੀ ਸਾਰਿਆਂ ਦਾ ਸਹਿਯੋਗ ਕਿੱਦਾਂ ਲੈਣਾ ਹੈਗਾ। ਤੁਸੀਂ ਆਪਾਂ 4 ਬੰਦੇ ਇਕੱਠੇ ਹੋ ਕੇ ਪ੍ਰਧਾਨ ਅੱਜ ਬਦਲੋ, ਕੱਲ੍ਹ ਨੂੰ ਦੂਸਰਾ ਬਦਲ ਦਿਓ, ਠੀਕ ਹੈ ਨਾ। ਇਹ ਸਾਰਾ ਕੋਈ ਪ੍ਰਸ਼ਨ ਚਿੰਨ੍ਹਾਂ ਦੇ ਵਿੱਚ ਆਉਂਦਾ। ਅੱਛਾ, ਗੱਲ ਹੋਰ ਜ਼ਰੂਰੀ ਆ ਵੀ ਮੈਨੂੰ ਇਹ ਗੱਲ ਕਹੀ ਗਈ ਵੀ ਤੁਸੀਂ ਪੱਤਰਕਾਰ, ਤੁਹਾਨੂੰ ਕਹਿਣਾ ਜ਼ਿਆਦਾ ਲਾਜ਼ਮੀ ਰਹੇਗਾ, ਤੁਹਾਨੂੰ ਇੱਕ ਸਮਾਜ ਸੇਵੀ ਕਹਿਣਾ ਲਾਜ਼ਮੀ ਰਹੇਗਾ ਕਿ ਤੁਹਾਨੂੰ ਇੱਕ BJP ਲੀਡਰ ਕਹਿਣਾ ਲਾਜ਼ਮੀ ਰਹੇਗਾ? ਕੀ ਕਹੀਏ ਤੁਹਾਨੂੰ? ਦੇਖੋ ਮੇਰੀ ਗੱਲ ਸੁਣੋ, ਇਸ ਗੱਲ ਨੂੰ ਬਹੁਤਾ ਮੇਰਾ ਜ਼ਿਆਦਾਤਰ ਜਿਹੜਾ ਮੈਂ ਧਾਰਮਿਕ ਬੰਦਾ, ਪੱਤਰਕਾਰਤਾ ਮੇਰਾ ਇੱਕ ਜਨੂਨ ਆ, ਮੇਰਾ ਸ਼ੌਕ ਆ। ਮੈਂ ਕਾਲਜ ਟਾਈਮ ਤੋਂ ਲਿਖਦਾ, ਇਹ ਮੈਂ ਲਿਖਦਾ ਰਹਿਣਾ। ਦੂਸਰੀ ਗੱਲ ਧਾਰਮਿਕ, ਫਿਰ ਸਮਾਜਿਕ, ਮੇਰੇ ਸਮਾਜਿਕ ਦਾਇਤਵ ਵੀ ਹੈ। ਪੱਤਰਕਾਰ ਹੋਣ ਦਾ ਮਤਲਬ ਇਹ ਨਹੀਂ ਮੈਂ ਧਰਮ ਦਾ ਕੰਮ ਨਹੀਂ ਕਰ ਸਕਦਾ। ਪੱਤਰਕਾਰ ਮਤਲਬ ਇਹ ਨਹੀਂ ਮੈਂ ਕੋਈ ਸਮਾਜ ਦਾ ਕੰਮ ਨਹੀਂ ਕਰ ਸਕਦਾ। ਮੇਰੀਆਂ ਗਤੀਵਿਧੀਆਂ ਤੁਸੀਂ ਦੇਖਦੇ ਹੋ, ਮੇਰੀਆਂ ਰਾਜਨੀਤਿਕ ਗਤੀਵਿਧੀਆਂ ਬਹੁਤ ਥੋੜ੍ਹੀਆਂ ਹੁੰਦੀਆਂ। ਜ਼ਿਆਦਾਤਰ ਮੇਰੀਆਂ ਗਤੀਵਿਧੀਆਂ ਜਿਹੜੀਆਂ ਹੈਗੀਆਂ ਉਹ ਸਮਾਜਿਕ, ਧਾਰਮਿਕ ਹੁੰਦੀਆਂ।
ਔਰ ਸਮਾਜਿਕ ਦੀ ਵੀ ਗੱਲ ਕਰ ਲਈਏ, ਜਿਹੜੇ ਪਿਛਲੇ ਸਾਲ ਕਹਿੰਦੇ ਤੁਸੀਂ ਦੁੱਧ ਵਰਤਾਉਂਦੇ ਸੀਗੇ, ਉਹ ਤੁਸੀਂ ਆਪਣੇ ਕੋਲੋਂ ਨਹੀਂ ਸੇਵਾ ਕਰਦੇ ਸੀ, ਉਹਦੇ ਬਾਰੇ ਵੀ ਥੋੜਾ ਦੱਸ ਦਿਓ ਵੀ ਤੁਸੀਂ ਆਪਣੇ ਕੋਲੋਂ ਸੇਵਾ ਚੱਲਦੀ ਸੀ ਜਾਂ ਕਿਸੇ ਜਗ੍ਹਾ ਦੇ ਵੱਲੋਂ ਜਾਂ ਕਿਸੇ ਸੇਵਾ। ਸੁਣੋ ਸੇਵਾ ਜਿਹੜੀ ਕਰਨੀ ਹੱਥ ਮੇਰੇ ਸੀ, ਸਰੀਰ ਹੀ ਮੇਰਾ ਸੀਗਾ। ਬਾਕੀ ਵੀ ਸ਼ਾਇਦ ਜਿਹੜੇ ਲੰਗਰ ਲੱਗਦੇ ਸੀਗੇ ਉਹਨਾਂ ਵਿੱਚ ਜਿਹੜਾ ਲੋਕਾਂ ਇਹ ਕਹਿੰਦੇ ਨੇ ਵੀ ਅਸੀਂ ਕਰ ਰਹੇ ਹਾਂ, ਉਹਨਾਂ ਵਿੱਚ ਬੇਹਿਸਾਬ ਕੰਮ ਹੋਇਆ ਔਰ ਉਹ 'ਚ ਕਿਹਨੇ ਪੈਸੇ ਦਿੱਤੇ ਆ ਕੋਈ ਪਤਾ ਨਹੀਂ, ਗੁਪਤ ਕੰਮ ਹੋਇਆ ਜੀ। ਉਹ ਦੁੱਧ ਤਾਂ ਬੜਾ ਛੋਟਾ ਜਿਹਾ ਕੰਮ ਸੀਗਾ, ਮਤਲਬ ਜੇ ਰੋਜ਼ ਕਹਿ ਦਿਓ ਕੁਝ 100 ਦੇ ਦੁੱਧ ਨਾਲ ਹੀ ਕੁਝ 100 ਨਾਲ ਹੀ ਸਰ ਜਾਂਦਾ ਸੀ, ਹਜ਼ਾਰਾਂ ਦਾ ਵੀ ਕੰਮ ਨਹੀਂ ਸੀਗਾ। ਮੈਂ ਲੱਗਦਾ ਤੁਹਾਨੂੰ ਜਿਹੜੇ ਦੁੱਧ ਦੀ ਸੇਵਾ ਕੀਤੀ ਆ, ਦੁੱਧ ਨਾਲ ਤੁਹਾਡੀ ਛਵੀ ਜਿਹੜੀ ਆ ਸਾਫ਼ ਨਹੀਂ ਹੋਈ? ਮੇਰੀ ਗੱਲ ਸੁਣੋ ਨਾ, ਮੈਂ ਸਾਫ ਛਵੀ ਲਈ ਉਹ ਕੰਮ ਕੀਤਾ ਜੀ। ਮੇਰਾ ਇਹ ਸਾਡੇ ਸ਼੍ਰੀ ਮਨਸਾ ਰਾਮ ਮਿਸ਼ਨ ਚੈਰੀਟੇਬਲ ਟਰਸਟ ਵੱਲੋਂ ਉਹ ਕੰਮ ਸੇਵਾ ਸੀਗੀ। ਦਾਸ ਵੱਲੋਂ ਜੋ ਬਣਦਾ ਸੀ ਜਾਂ ਹੋਰ ਭਗਤਾਂ ਵੱਲੋਂ ਜੋ ਬਣਦਾ ਸੀਗਾ ਉਹ ਅਸੀਂ ਉਹ 'ਚ ਪਾਉਂਦੇ ਸੀਗੇ। ਜੇ ਮੈਂ ਕਹਾਂ ਵੀ ਮੈਂ ਇੱਕ ਮੇਰੀ ਆਪਣੀ ਜੋ ਵੀ ਆਦਮੀ ਕੋਈ ਕਰਦਾ ਆਪਣੀ ਮਨ ਦੀ ਸੰਤੁਸ਼ਟੀ ਲਈ ਕਰਦਾ, ਕੋਈ ਮੈਂ ਦਿਖਾਵੇ ਲਈ ਨਹੀਂ ਕਰਦਾ। ਸਿਰਫ ਇਹ ਦਿਖਾਵਾ ਤਾਂ ਕਰਨਾ ਪਿਆ ਮੈਨੂੰ ਉਦੋਂ ਪਿਕਚਰਾਂ ਦੇ ਵਿੱਚ ਬਈ ਲੋਕ ਕਹਿੰਦੇ ਸੀ ਵੀ ਇਹ ਦਿੰਦਾ ਤਾਂ ਚਾਹ ਆ, ਕਹਿੰਦਾ ਦੁੱਧ ਆ, ਜਦ ਕਿ ਮੈਂ ਕਦੀ ਉਹਦੇ 'ਚ ਹਲਦੀ ਵਾਲਾ ਦੁੱਧ ਪਿਲਾਉਂਦਾ ਸੀ, ਕਦੀ ਮੈਂ ਸਵੇਰ ਨੂੰ ਉਹ 'ਚ ਦੇਸੀ ਜੜੀ ਬੂਟੀਆਂ ਵਾਲਾ ਦੁੱਧ ਪਿਲਾਉਂਦਾ ਸੀ। ਤਾਂ ਕਰਕੇ ਮੈਨੂੰ ਉਹ ਪਾਉਣੀਆਂ ਪਈਆਂ। ਵਰਨਾ ਮੈਂ ਚਾਹੁੰਦਾ ਹੁੰਦਾ ਵੀ ਇੱਕ ਹੱਥ ਦਾਨ ਦਿਓ ਤਾਂ ਦੂਸਰੇ ਹੱਥ ਨੂੰ ਪਤਾ ਨਹੀਂ ਲੱਗਣਾ ਚਾਹੀਦਾ। ਨੂਰਮਹਿਲ ਦੀ ਸਿਆਸਤ ਦੀ ਭੇਟ ਤੁਸੀਂ ਚੜ੍ਹ ਗਏ ਹੋ ਕਿ ਤੁਸੀਂ ਨੂਰਮਹਿਲ ਦੀ ਸਿਆਸਤ ਨੂੰ ਆਪਣੇ ਹਿਸਾਬ ਨਾਲ ਘੁਮਾਉਣ ਦੀ ਕੋਸ਼ਿਸ਼ ਕਰ ਰਹੇ ਹੋ? ਬਿਲਕੁਲ, ਤੁਸੀਂ ਬਹੁਤ ਸਟੀਕ ਕੁਐਸਚਨ ਇਹ ਕੀਤਾ। ਨੂਰਮਹਿਲ ਦੀ ਸਿਆਸਤ ਬਹੁਤ ਹੀ ਗੁੰਝਲਦਾਰ ਆ। ਤੁਸੀਂ ਨਵੇਂ ਬੰਦੇ ਨੂੰ, ਸਿਆਸਤ ਇੱਕ ਮਾੜਾ ਕੰਮ ਨਹੀਂ, ਸਿਆਸਤ ਵਿੱਚ ਆਉਣਾ ਇੱਕ ਮਾੜਾ ਕੰਮ ਨਹੀਂ, ਪਰ ਤੁਸੀਂ ਪਿਛਲੇ ਇਲੈਕਸ਼ਨਾਂ ਨੂੰ ਵੀ ਦੇਖਿਆ, ਇਹ ਸਿਆਸਤਦਾਨ ਕੁਝ ਹੈਗੇ ਜਿਹੜੇ ਉਹ ਚਾਹੁੰਦੇ ਵੀ ਸਾਡਾ ਹੀ ਇੱਕ ਵੱਡਾ ਅਧਿਕਾਰ ਆ ਸਿਆਸਤ ਦੇ ਵਿੱਚ ਕੰਮ ਕਰਨਾ। ਮੈਂ ਸਮਝਦਾ ਵੀ ਮੈਨੂੰ ਤੁਸੀਂ ਕਦੇ ਪੁੱਛਿਆ ਵੀ ਸੀ ਵੀ ਇਲੈਕਸ਼ਨ ਲੜਨ ਦੇ ਬਾਰੇ 'ਚ, ਤੇ ਮੈਨੂੰ ਲੱਗਾ ਵੀ ਮੈਂ ਇਲੈਕਸ਼ਨ ਲੜਨ ਦੇ ਲਈ ਫਿੱਟ ਨਹੀਂ, ਕਿਉਂਕਿ ਮੈਂ ਇੱਕ ਪੱਤਰਕਾਰ ਵੀ ਹਾਂ। ਪੱਤਰਕਾਰ ਦੇ ਜਿਹੜੇ ਆ ਦੋਸਤ ਘੱਟ ਹੁੰਦੇ ਨੇ, ਦੁਸ਼ਮਣ ਜ਼ਿਆਦਾ ਹੁੰਦੇ ਨੇ। ਤੁਸੀਂ ਵੀ ਹੋ, ਤੁਹਾਨੂੰ ਵੀ ਪਤਾ, ਹੋਰ ਵੀ ਸਾਥੀ ਪੰਡਾਲ ਜੀ ਆ, ਗੁਰਦੀਪ ਜੀ, ਸਾਰੇ ਆ, ਲਾਂਬਾ ਜੀ ਆ, ਦਿਲਬਾਗ ਜੀ, ਸਾਰੇ ਬੰਦੇ ਹੈਗੇ ਆ ਆਪਣੇ। ਇਹ ਸਭ ਮੈਨੂੰ ਪੱਤਰਕਾਰ ਤੁਹਾਡੇ 'ਚ ਬਹਿਣਾ ਸਾਨੂੰ ਪਤਾ ਹੁੰਦਾ ਵੀ ਆਪਣੇ ਦੁਸ਼ਮਣ ਜਿਹੜੇ ਬਹੁਤ ਜ਼ਿਆਦਾ ਹੁੰਦੇ ਆ। ਸੱਜਣ ਉਨੇ ਤੱਕ ਆ ਜਦ ਤੱਕ ਤੁਸੀਂ ਉਹਨਾਂ ਦੀ ਪੋਜ਼ਿਟਿਵ ਖਬਰ ਲਾਉਂਦੇ ਹੋ ਅਖਬਾਰ 'ਚ ਜਾਂ ਮੀਡੀਆ 'ਚ ਨਾ ਦਿੰਦੇ ਹੋ। ਜਿੱਦਾਂ ਤੁਸੀਂ ਉਹਨਾਂ ਨੂੰ ਥੋੜ੍ਹਾ ਜਿਹਾ ਅੱਖ ਫੇਰਦੇ ਹੋ ਤਾਂ ਕਹਿੰਦਾ ਯਾਰ ਬੰਦਾ ਬੜਾ ਮਾੜਾ। ਇੱਥੋਂ ਤੱਕ ਵੀ ਜੇ ਪੱਤਰਕਾਰ ਸਪਲੀਮੈਂਟ ਦੇ ਨਾਤੇ ਕੁਝ ਪੈਸੇ ਲੈਂਦਾ ਸਾਲ ਬਾਅਦ, ਉਹਨੂੰ ਵੀ ਇਹ ਲੋਕ ਵੱਡਾ ਆਸਾਨ ਸਮਝਦੇ ਆ। ਕਈ ਵਾਰੀ ਲੇਖ ਵੀ ਪੜ੍ਹੇ, ਮੈਂ ਵੀ ਲਿਖਦਾ, ਤੁਸੀਂ ਵੀ ਲਿਖਦੇ ਹੋ, ਉਦੋਂ ਉਹਨਾਂ ਦਿਨਾਂ 'ਚ ਫੋਨ ਚੱਕਣੇ ਬੰਦ ਕਰ ਦਿੰਦੇ ਨੇ ਜਿਹੜੇ ਮੋਹਤਬਾਰ। ਇਹ ਗੱਲ ਉਹ ਤਾਂ ਨਹੀਂ ਹੈ ਕਿ ਵੀ ਤੁਹਾਨੂੰ ਸਪਲੀਮੈਂਟ ਨਹੀਂ ਮਿਲਦੇ ਤਾਂ ਤੁਸੀਂ ਹੁਣ ਉਸ ਚੀਜ਼ਾਂ ਨੂੰ ਲੈ ਕੇ ਨਿਕਲਦੇ ਵੀ ਹੁਣ ਇਹਨਾਂ ਨੂੰ ਠੋਕ ਕੇ ਦਿਖਾਈਏ? ਨਹੀਂ, ਠੋਕਣ ਵਾਲਾ ਇਹ 'ਚ ਕੋਈ ਕੰਮ ਨਹੀਂ। ਦੇਖੋ, ਮੈਨੂੰ ਸ਼ਾਇਦ ਇਹਨਾਂ 'ਚੋਂ ਸਾਰੇ ਬੰਦੇ ਜਦੋਂ ਲੋੜ ਪੈਂਦੀ ਆ ਉਦੋਂ ਮੈਨੂੰ ਐਡ ਵੀ ਦਿੰਦੇ ਆ ਸਾਰੇ ਲੋਕ, ਪਰ ਇਹ ਮੈਨੂੰ ਇੱਕ ਮੂਹਰਾ ਸਿਆਸਤ ਦਾ ਸ਼ਿਕਾਰ ਕਰ ਰਹੇ ਨੇ। ਮੈਨੂੰ ਸ਼ਿਕਾਰ ਬਣਾਇਆ ਜਾ ਰਿਹਾ ਸਿਆਸਤ ਦਾ, ਜਦ ਕਿ ਮੈਂ ਸਿਆਸਤ ਕਰਦਾ ਵੀ ਨਹੀਂ। ਤੁਸੀਂ ਬੀਜੇਪੀ ਦੇ ਲੀਡਰ ਕਹਾਉਂਦੇ ਹੋ ਆਪਣੇ ਆਪ, ਤੁਸੀਂ ਬੀਜੇਪੀ ਲੀਡਰ ਹੋ, ਪਰ ਨੂਰਮਹਿਲ ਦੇ ਵਿੱਚ ਇਸ ਟਾਈਮ ਦੇਖਿਆ ਜਾਵੇ ਤਾਂ ਬੀਜੇਪੀ ਦੀ ਹਾਲਤ ਇਸ ਟਾਈਮ ਉਸ ਚੀਜ਼ ਵਾਂਗੂ ਹੋਈ ਪਈ ਆ ਵੀ ਨਾ ਇੱਧਰ ਦੀ ਨਾ ਉੱਧਰ ਦੀ। ਦੇਖੋ, ਤੁਹਾਡੀ ਗੱਲ ਲੱਗਦਾ ਫਿਰ ਵੀ ਅਸੀਂ ਬੀਜੇਪੀ ਨੂੰ ਅੱਗੇ ਵਧਾਉਣ ਦੀ ਕੋਸ਼ਿਸ਼ ਕਰੀ ਜਾ ਰਹੇ ਹਾਂ। ਦੇਖੋ, ਮੈਂ ਬੀਜੇਪੀ ਨੂੰ ਮੇਰੇ ਕੰਮਾਂ ਜਿੱਦਣ ਕੋਈ ਪਾਰਟੀ ਦਾ ਪ੍ਰੋਗਰਾਮ ਹੋਊਗਾ ਮੈਂ ਉਹ 'ਚ ਚੱਲ ਜਾਊਂਗਾ, ਪਰ ਜ਼ਿਆਦਾਤਰ ਤੁਸੀਂ ਮੈਨੂੰ ਦੇਖਿਆ ਹੋਊਗਾ ਮੈਂ ਪਾਰਟੀ ਦੇ ਪ੍ਰੋਗਰਾਮਾਂ ਨਾਲੋਂ ਮੇਰਾ ਆਪਣਾ ਬਿਜ਼ਨਸ, ਮੇਰਾ ਆਪਣਾ ਪਰਿਵਾਰ ਜਾਂ ਛੋਟੀ ਮੋਟੀ ਆਪਣੀ ਮਾਨਸਿਕ ਸੰਤੁਸ਼ਟੀ ਲਈ ਮੈਂ ਜਾਂਦਾ ਹੈਗਾ। ਇੱਥੇ ਉਦੋਂ ਪ੍ਰੋਗਰਾਮ ਹੋਇਆ ਕਿਉਂਕਿ ਜਦੋਂ ਮੈਂ ਜਾਂਦਾ ਤਾਂ ਮੈਨੂੰ ਉਹ ਪੱਤਰਕਾਰ ਦੇ ਰੂਪ 'ਚ ਦੇਖਦੇ ਆ ਵੀ ਯਾਰ ਇਹਦੇ ਮੂਹਰੇ ਕੋਈ ਗਲਤੀ ਹੁੰਦੀ ਕੋਈ ਖਬਰ ਨਾ ਲਿਖ ਦੇਵੇ, ਜਦ ਕਿ ਪੱਤਰਕਾਰ ਦੇ ਨਾਲ ਮੈਂ ਇੱਕ ਇਨਸਾਨ ਵੀ ਹਾਂ। ਮੇਰੇ ਅੰਦਰ ਵੀ ਇੱਕ ਰੱਬ ਦਾ ਡਰ ਭੈ ਵੀ ਹੈਗਾ। ਆ ਜਿਹੜੀ ਕੁੰਡੀ ਦੀ ਗੱਲ ਕਰਦੇ ਹੋ, ਚੋਰੀ ਦੀ ਗੱਲ ਕਰਦੇ ਹੋ, ਇਹ ਚੋਰੀ ਉਹ ਮੰਨਦੇ ਆ, ਜਦ ਕਿ ਸਾਡੇ ਸਾਰੇ ਸਮਾਜ ਨੇ ਜਿਹੜੇ ਹੁੰਦੇ ਪ੍ਰਧਾਨ ਜੀ ਸਾਡੇ ਸ਼੍ਰੀ ਰਾਜੀਵ ਮਿਸਰ ਜੀ, ਇਹਨਾਂ ਨੂੰ ਫਾਈਲ ਔਰ ਨਾਲ ਕੁਝ ਪੈਸੇ ਜਿਹੜੇ ਉਹ ਦਿੱਤੇ ਸੀਗੇ ਵੀ ਤੁਸੀਂ ਇਹ ਫਾਈਲ ਬਣਵਾ ਲਓ। ਹਾਂ, ਚੋਰੀ ਦੀ ਗੱਲ ਜਿਹੜੀ ਆ ਗਈ ਹੁਣ ਇਸ ਤੋਂ ਮੈਨੂੰ ਜ਼ਿਕਰ ਕਰਨਾ ਜ਼ਰੂਰੀ ਬਣਦਾ ਆ। ਜਦੋਂ ਤੁਸੀਂ ਮੰਦਿਰ ਦੀ ਸਥਾਪਨਾ ਕਰ ਦਿੱਤੀ ਆ ਉਸ ਟਾਈਮ ਲੱਗਾ ਨਹੀਂ ਵੀ ਤੁਸੀਂ ਹੀ ਮੰਦਿਰ ਦੇ ਵਿੱਚ ਉਸ ਟਾਈਮ ਮੀਟਰ ਲਵਾ ਦਿਓ? ਇਹ ਸ਼ਾਇਦ ਨੌਬਤ ਚਾਹੁੰਦੀ ਨਾ। ਮੈਂ ਦੱਸਦਾ ਜੀ, ਸ਼ੁਰੂਆਤੀ ਦੌਰ ਸੀਗਾ, ਉਦੋਂ ਅਸੀਂ ਬਹੁਤ ਥੋੜ੍ਹਾ ਜਿਹਾ ਕੰਮ ਸੀਗਾ, ਮੈਨੂੰ ਨਹੀਂ ਪਤਾ ਵੀ ਇਹ ਕਦ ਤੋਂ ਇੱਦਾਂ ਹੋ ਰਿਹਾ। ਮੈਂ ਉਸ ਤੋਂ ਬਾਅਦ ਮਤਲਬ ਪਿੱਛੇ ਆ ਗਿਆ, ਜੋ ਸਾਡੇ ਪ੍ਰਧਾਨ ਜੀ ਸੀ ਜਾਂ ਹੋਰ ਲੋਕ ਸੀਗੇ ਜੋ ਚੱਲਦਾ ਸੀ। ਜਦੋਂ ਸਾਨੂੰ ਸਰਕਾਰ ਨੇ ਇਹਦੇ ਬਾਰੇ 'ਚ ਕੁਝ ਚਿਰ ਪਹਿਲਾਂ ਕਹਿ ਲਓ ਕੁਝ ਮਹੀਨੇ ਪਹਿਲਾਂ ਆਗਾਹ ਕੀਤਾ ਇਹਦੇ ਬਾਰੇ 'ਚ, ਮੈਨੂੰ ਨਹੀਂ ਸੀ ਪਤਾ ਇਹਦੇ ਬਾਰੇ ਜਾਣਕਾਰੀ। ਜਦੋਂ ਇਹ ਮੇਰਾ ਨਾਂ ਹੀ ਵੱਜਿਆ, ਜਦ ਕਿ ਸਾਰੇ ਲੋਕ ਰਾਜਨੀਤਿਕ ਨੇ, ਪਿੱਛੇ ਜੇ ਜੋ ਸ਼ਹਿਰ 'ਚ ਕਮੇਟੀ ਬਣੀ ਆ ਇਹਦੇ ਵਿੱਚ ਉਹ ਵੀ ਤੁਸੀਂ ਕਿ ਦੇਖੋਗੇ ਵੀ ਕੁਝ ਲੋਕਾਂ ਨੇ ਕਿਸੇ ਦਾ ਸਾਥ ਦਿੱਤਾ, ਕੁਝ ਨੇ ਨਹੀਂ ਦਿੱਤਾ।
ਕੁਝ ਲੋਕਾਂ ਦੀ ਨਾਰਾਜ਼ਗੀ ਵੀ ਮੁੱਲ ਲਈ ਉਹਨਾਂ ਲੋਕਾਂ ਨੇ। ਇਹ ਸਾਰਾ ਪ੍ਰਿਸ਼ਠ ਭੂਮੀ ਦੇ ਵਿੱਚ ਬਹੁਤ ਕੁਝ ਹੈਗਾ। ਸਿਰਫ ਇਹ ਆ ਵੀ ਮਾੜੇ ਪਾਸੇ ਨੂੰ ਜਿੱਦਾਂ ਪਾਣੀ ਡਿੱਗਦਾ ਹੁੰਦਾ ਉਹ ਡਿੱਗ ਰਿਹਾ। ਮੈਂ ਇੱਕ ਸਧਾਰਨ ਬੰਦਾ, ਕਿਉਂਕਿ ਮੇਰਾ ਨਾ ਕੋਈ ਗੋਟਾ, ਨਾ ਮੇਰੇ ਮਗਰ ਕੋਈ ਪੈਸੇ ਦੀ ਤਾਕਤ ਆ, ਨਾ ਮੇਰੇ ਮਗਰ ਬੰਦਿਆਂ ਦੀ ਤਾਕਤ ਆ। ਉਹ ਚਾਹੁੰਦੇ ਵੀ ਇਹ ਸਾਰਾ ਨਜਲਾ ਇਸ ਬੰਦੇ ਦੇ ਸਿੱਟ ਕੇ ਅਸੀਂ ਆਪਣੇ ਆਪ ਨੂੰ ਪਾਕ ਸਾਫ਼ ਕਰਾਰ ਦਈਏ, ਚੋਰੀ ਵੀ ਛੁਪ ਜਾਵੇ, ਗਲਤੀ ਵੀ ਛੁਪ ਜਾਵੇ, ਔਰ ਅਸੀਂ ਕਹਿ ਦਈਏ ਵੀ ਇਹ ਬੰਦਾ, ਜੇ ਉੱਥੇ ਚੋਰੀ ਹੋਈ ਆ, ਆਪਾਂ ਫੜੇ ਗਏ ਆ, ਤੇ ਠੀਕ ਆ। ਅੱਜ ਤੋਂ ਪਹਿਲਾਂ ਅਫਸਰ ਦੱਸਦੇ ਸੀਗੇ ਵੀ ਸ਼ਹਿਰ 'ਚ ਕੁਝ ਧਰਮ ਸਥਾਨ, ਕੁਝ ਪਰਸਨਲ ਮੋਹਤਵਾਰਾਂ ਦੀ ਵੀ ਚੋਰੀਆਂ ਫੜੀਆਂ ਗਈਆਂ। ਉਹਨਾਂ ਨੇ ਉਹ ਚੋਰੀ ਦਾ ਪੈਸਾ ਦੇ ਕੇ ਆਪਣੇ ਕਰ ਲਿਆ। ਕੁਝ ਪ੍ਰਧਾਨ ਟਾਈਪ ਲੋਕਾਂ ਦੇ ਵੀ ਘਰਾਂ 'ਚ ਉਹਨਾਂ ਫੜੇ, ਦੱਸਿਆ ਉਹਨਾਂ ਨੇ। ਇਹ ਉਹਨਾਂ ਦਾ ਵਿਸ਼ੇ ਆ, ਉਹ ਕਰਦੇ ਰਹਿੰਦੇ ਨੇ। ਮੰਦਰ 'ਚ ਕੁੰਡੀ ਫੜਾਉਣ ਦਾ ਜ਼ਿਕਰ ਹੁੰਦਾ, ਤੁਹਾਡਾ ਹੀ ਕਿਉਂ ਆਉਂਦਾ ਆ? ਹੋਰ ਵੀ ਕਿਤੇ ਸ਼ਹਿਰ, ਇਸ ਇਲਾਕੇ ਦੇ ਵਿੱਚ ਕਿਸੇ ਧਰਮ ਸਥਾਨ ਨੂੰ ਪੈਸੇ ਪਏ ਹੋਣਗੇ, ਹੋਰ ਪਏ ਹੋਣਗੇ, ਮੈਨੂੰ ਨਹੀਂ ਪਤਾ। ਪਰ ਮੈਨੂੰ ਵੀ ਲੱਗਦਾ ਪਹਿਲਾ ਮਾਮਲਾ ਆਇਆ ਜਿਹੜਾ ਆਪਣੇ ਨੂਰਮਹਿਲ ਏਰੀਏ ਦਾ ਤੁਹਾਡੇ ਮੀਡੀਆ 'ਚ ਆਇਆ। ਮੈਨੂੰ ਲੱਗਦਾ ਬਹੁਤ ਇਹ ਇੱਕ ਕਹਿੰਦਾ ਜੇ ਇਹਨੂੰ ਅੰਦਰ ਖਾਤੇ ਬਹਿ ਕੇ ਸਮਝਾ ਲੈਂਦੇ। ਮੈਨੂੰ ਉੱਥੇ ਉਕਸਾਇਆ ਗਿਆ, ਮੈਨੂੰ ਧਮਕਾਇਆ ਗਿਆ, ਨਹੀਂ ਤਾਂ ਮੈਂ ਹੋ ਸਕਦਾ ਸੀਗਾ। ਦੇਖੋ ਮੈਨੂੰ ਖਬਰ ਲਾਉਣ ਦੀ ਉਹਨਾਂ ਨੇ ਉਕਸਾਇਆ ਵੀ ਤੂੰ ਲਾ ਕੇ ਦੇਖ। ਤੁਸੀਂ ਕਿਤੇ ਉਸ ਟਾਈਮ ਆਪਣੀ ਛਵੀ ਨੂੰ ਸਾਫ਼ ਕਰ ਲਈ ਨਹੀਂ, ਵੀ ਆਹ ਜਿਹੜਾ ਮੇਰੇ ਤੇ ਬਦਨਾਮੀ ਦਾ ਦਾਗ ਲੱਗਾ ਹੋਇਆ, ਵੀ ਇਹਨੂੰ ਅੱਜ ਮੈਨੂੰ ਮਿਟਾਉਣ ਦਾ ਮੇਰੇ ਕੋਲ ਟਾਈਮ ਆ ਗਿਆ, ਵੀ ਇਹਨੂੰ ਮਿਟਾ ਲਵਾਂ ਸਾਰਾ ਕੁਝ ਸੈੱਟ ਕਰਕੇ? ਨਹੀਂ, ਨਾ ਬਦਨਾਮੀ ਦਾ ਸੀ। ਮੈਨੂੰ ਮੇਰੇ ਅੰਦਰਲੇ ਮਨ ਨੂੰ ਮਤਲਬ ਦੁਖੀ ਬਹੁਤ ਕੀਤਾ। ਮੈਨੂੰ ਝੰਜੋੜਿਆ ਇਹਨਾਂ ਨੇ ਔਰ ਕਿਹਾ ਵੀ ਤੂੰ ਲਾ ਕੇ ਦੇਖ, ਤੈਨੂੰ ਆਹ ਕਰ ਦੇਵਾਂਗੇ, ਉਹ ਕਰ ਦੇਵਾਂਗੇ। ਫਿਰ ਮੇਰਾ ਅੰਦਰਲਾ ਜਿਹੜਾ ਪੱਤਰਕਾਰ ਸੀ ਉਹ ਜਾਗ ਗਿਆ। ਫਿਰ ਮੈਂ 4 ਸ਼ਬਦ ਲਿਖ ਕੇ ਅਖਬਾਰ ਵਾਲਿਆਂ ਨੂੰ ਭੇਜੇ। ਜੀ ਬਿਲਕੁਲ ਰੈਡੀ ਹੈ ਜੀ। ਤੁਸੀਂ ਇੱਕ ਸੀਨੀਅਰ ਪੱਤਰਕਾਰ ਹੋ ਨੂਰਮਹਿਲ 'ਚ, ਤੁਸੀਂ ਘੱਟੋ ਘੱਟ 15 ਸਾਲਾਂ ਤੋਂ ਤੁਸੀਂ ਲਿਖਿਆ ਵੀ ਮੈਂ 15 ਸਾਲਾਂ ਤੋਂ ਤੁਸੀਂ ਪੱਤਰਕਾਰੀ ਕਰਦੇ ਹੋ। ਅਸੀਂ ਤਾਂ ਹੁਣ ਨਵੇਂ ਲੱਗੇ ਹਾਂ ਇਸ ਕਰਨ। ਮੇਰਾ ਆਖਰੀ ਸਵਾਲ ਇਹੀ ਹੋਏਗਾ, ਇੱਥੋਂ ਬਾਅਦ ਅਸੀਂ ਐਂਡ ਕਰਾਂਗੇ, ਖਤਮ ਕਰਾਂਗੇ। ਜਿਹੜੇ ਪੱਤਰਕਾਰ ਨੂਰਮਹਿਲ ਦੇ ਵਿੱਚ ਕੰਮ ਕਰ ਰਹੇ ਨੇ, ਕੀ ਪੱਤਰਕਾਰਾਂ ਨੂੰ ਰਾਈਟ ਹੈ ਕਿਸੇ ਦੀ ਦੁਕਾਨ ਬੰਦ ਕਰਾਉਣਾ, ਦੁਕਾਨ ਖਿਲਾਉਣਾ, ਜਾਂ ਕਿਸੇ ਨੂੰ ਧਮਕਾ ਕੇ ਦੁਕਾਨ ਦਾ ਸ਼ਟਰ ਡਾਊਨ ਅਪ ਕਰਾਉਣ ਦੇ ਵਿੱਚ ਕਿਸ ਕੋ ਰਾਈਟ ਹੈ ਇਸ ਚੀਜ਼ ਦਾ? ਦੇਖੋ, ਮੈਂ ਇਹਦੇ ਬਾਰੇ ਕੋਈ ਕਮੈਂਟ ਨਹੀਂ ਦੇ ਸਕਦਾ। ਇਹ ਤਾਂ ਸਾਡੇ ਮਾਨਯੋਗ ਪ੍ਰਸ਼ਾਸਨ ਦੇ ਹਕੂਕ ਨੇ।